ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਹਰ ਜਿਹੜੇ ਜੀ ਆਪਾਂ ਹਫਤੇ ਦੇ ਜਿਹੜੇ 6 ਦਿਨ ਆ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੁੰਦਾ ਆ ਜਿਹੜਾ ਕਿ ਸ਼ਨੀਚਰਵਾਰ ਦਾ ਪ੍ਰੋਗਰਾਮ ਹੈ, ਇਸ 'ਤੇ ਅੱਜ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਆ ਉਹ ਲੈ ਕੇ ਆਪਾਂ ਹਾਜ਼ਰ ਹੁੰਦੇ ਹਾਂ। ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਰਮਨ ਢਿੱਲੋਂ ਜੀ। ਰਮਨ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਅਤੇ ਨਾਲ ਹੀ ਦੱਸ ਦਈਏ ਵੀ ਤੁਸੀਂ ਪੰਜਾਬੀ ਰੇਡੀਓ USA ਨੂੰ ਇਸ ਟਾਈਮ ਸੁਣ ਰਹੇ ਹੋ। ਸਾਡੇ AM ਸਟੇਸ਼ਨਜ਼ ਯੂਬਾ ਸਿਟੀ ਵਿੱਚ 1450 AM, ਸੈਕਰਾਮੈਂਟੋ ਦੇ ਵਿੱਚ 1470 AM, ਫਰੈਜ਼ਨੋ ਦੇ ਵਿੱਚ 1300 AM, ਬੇਕਰਸਫੀਲਡ ਵਿੱਚ 1350 AM ਦੇ ਉੱਤੇ ਅਤੇ ਨਾਲ ਘਰਾਂ ਦੇ ਵਿੱਚ ਪਏ ਰੇਡੀਓ ਸੈਟਸ ਦੇ ਉੱਤੇ ਐਂਡਰੋਇਡ ਆਈਫੋਨ ਦੀਆਂ ਐਪਸ ਦੇ ਜ਼ਰੀਏ ਵੈਬਸਾਈਟ ਪੰਜਾਬੀ ਰੇਡੀਓ USA.com ਦੇ ਉੱਤੇ ਇਹਨਾਂ ਸਾਰਿਆਂ ਦਾ ਅਸੀਂ ਜਿਹੜਾ ਸਭ ਨੂੰ ਜੀ ਨੂੰ ਆਖਦੇ ਹਾਂ, ਜਿੱਥੇ ਜਿਹੜੇ ਵੀ ਸਾਧਨ ਦੇ ਨਾਲ ਤੁਸੀਂ ਜੁੜੇ ਹੋਏ ਹੋ। ਅਤੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਦਾ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ, GoNAPTA.org ਵਾਲੇ ਜਿਹੜੇ ਕਿ ਆਪਣੀਆਂ ਪੰਜਾਬੀਆਂ ਦੀ ਜਿਹੜੀ ਟਰੱਕਿੰਗ ਐਸੋਸੀਏਸ਼ਨ ਆ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆ। ਉਹਨਾਂ ਦੇ ਬਾਰੇ ਹੋਰ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ GoNAPTA.org। ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵਾਲੇ, ਵੈਕਾਵਿਲ ਵਾਲੇ, ਜਿੱਦਾਂ ਦੇ 3 ਬੈਂਕਟ ਹਾਲ ਨੇ ਜਿੱਥੇ ਤੁਸੀਂ ਆਪਣੇ ਖੁਸ਼ੀ ਦੇ ਮੌਕੇ 'ਤੇ ਜਿਹੜੇ ਪ੍ਰੋਗਰਾਮ ਕਰ ਸਕਦੇ ਹੋ। 200 ਤੋਂ ਲੈ ਕੇ 1200 ਜਣਿਆਂ ਦੀ ਕਪੈਸਿਟੀ ਵਾਲੇ ਇਹ ਹਾਲ ਆ। ਸੋਲਾਨੋ ਕਾਉਂਟੀ ਦਾ ਪਹਿਲਾ ਜਿਹੜਾ ਆ 5 ਸਟਾਰ ਬੈਂਕਟ ਹਾਲ। ਇੱਥੇ ਬੜੀ ਹੀ ਸ਼ਾਨਦਾਰ ਰੋਟੀ ਜਿਹੜੀ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਜਿਹੜੀ ਹੁੰਦੀ ਆ। ਆਪਣੇ ਜਿਹੜੇ ਤੁਸੀਂ ਇੱਥੇ ਪ੍ਰੋਗਰਾਮ ਬੁੱਕ ਕਰਨ ਦੇ ਲਈ ਕਾਲ ਕਰੋ 707 474 7003 707 474 ਦੇ ਉੱਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਰਮਨ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੇ ਦੱਸ ਜਾਏ ਵੀ ਅੱਜ ਜਿਹੜੇ ਐਰੀਜ਼ੋਨਾ ਦੇ ਜਿਹੜੇ ਮੈਵਰਿਕ ਸੈਨੇਟਰ ਜੌਨ ਮਕੇਨ, ਜਿਨ੍ਹਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਆ, ਇਸ ਮੌਕੇ ਉਹਨਾਂ ਨੂੰ ਅੱਜ ਦਫਨਾਉਣ ਦਾ ਜਿਹੜਾ ਕੰਮ ਹੋਵੇਗਾ। ਉਹਨਾਂ ਨੂੰ ਅਖੀਰਲੀਆਂ ਜਿਹੜੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ, ਜਿਸ ਦੇ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜਾਰਜ ਬੁਸ਼ ਅਤੇ ਹੋਰ ਉੱਚ ਆਗੂ ਉੱਥੇ ਪਹੁੰਚੇ ਹੋਏ ਨੇ। ਪਰ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਆ, ਉਹਨਾਂ ਨੂੰ ਜਿਹੜਾ ਉੱਥੇ ਨਾ ਆਉਣ ਦੇ ਲਈ ਜਿਹੜਾ ਪਹਿਲੋਂ ਹੀ ਕਹਿ ਦਿੱਤਾ ਗਿਆ ਸੀ ਵੀ ਕੋਈ ਕੰਟਰੋਵਰਸੀ ਜਿਹੜੀ ਉਹ ਨਾ ਹੋਵੇ। ਸੋ ਇਸ ਮੌਕੇ ਉਹ ਸ਼ਰਧਾਂਜਲੀ ਸਮਾਰੋਹ ਚੱਲ ਰਿਹਾ ਹੈ। ਅਤੇ ਅੱਜ ਜਿਹੜੇ ਆ ਸ਼ਾਮ ਨੂੰ ਜਿਹੜੇ ਇਹ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਜਿਹੜਾ ਉੱਥੇ ਇਸ ਟਾਈਮ ਚੱਲ ਰਿਹਾ ਆ, ਉਸ ਤੋਂ ਬਾਅਦ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਜਿਹੜਾ ਚੱਲ ਰਿਹਾ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਬਰੀਅਲ ਜਿਹੜਾ ਆ ਉਹ ਕੀਤਾ ਜਾਵੇਗਾ। ਸੋ ਇੱਕ ਯੁੱਗ ਦਾ ਅੰਤ ਹੋਇਆ ਆ। ਇੱਕ ਬੜੇ ਹੀ ਵੱਡੇ ਸਿਆਸਤਦਾਨ ਜਿਹੜੇ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਉਹ ਜਿਹੜੇ ਆ ਉਹਨਾਂ ਨੂੰ ਅੱਜ ਦਫਨਾ ਦਿੱਤਾ ਜਾਵੇਗਾ ਜੀ। ਅਤੇ ਬਿਲਕੁਲ ਜੀ, ਅਤੇ ਜਿੱਦਾਂ ਕਿ ਤੁਸੀਂ ਕਿਹਾ ਕਿ ਇਹ ਕਾਫੀ ਕੰਟਰੋਵਰਸ਼ਲ ਜਿਹੜੀ ਚੀਜ਼ ਹੋ ਰਹੀ ਆ ਕਿ ਜਿਹੜੇ ਸਿਟਿੰਗ ਪ੍ਰੈਜ਼ੀਡੈਂਟ ਹੈਗੇ ਉਹਨਾਂ ਦੇ ਨਾਲ ਇਹ ਜਿਹੜੀ ਗੱਲ ਕੀਤੀ ਜਾ ਰਹੀ ਆ ਉਹਨਾਂ ਵੱਲੋਂ ਜਾਂ ਕਿੱਦਾਂ ਵੀ ਆ, ਅਤੇ ਹੈ ਅਤੇ ਮੰਦਭਾਗੀ ਆ। ਜੌਨ ਮਕੇਨ ਜਿਹੜੇ ਕਾਫੀ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਵਾਲੇ ਇੱਕ ਸੈਨੇਟਰ ਸੀਗੇ, ਅਤੇ ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਪਰ ਇਹ ਸਮਾਂ ਜਿਹੜਾ ਹੈਗਾ ਇਹਦੇ 'ਚ ਦੇਖਦੇ ਹਾਂ ਕੀ ਬਣਦਾ ਜੀ। ਅਤੇ ਆਪਾਂ ਜਿਹੜੀ ਅੱਜ ਦੀ ਜਿਹੜੀ ਟਰੱਕਿੰਗ ਨਿਊਜ਼ ਦੇ ਵੱਲ ਜੇ ਸ਼ੁਰੂ ਕਰੀਏ ਤਾਂ ਕਹਿੰਦੇ ਜਿਹੜੀ ਐਗਰੀਕਲਚਰ ਦੀ ਐਗਜ਼ੈਂਪਸ਼ਨ ਹੈਗੀ ਆ ਰੀਫਰ ਇੰਡਸਟਰੀ ਨੂੰ, ਸੋ ਉਸ ਦੇ ਬਾਬਤ ਜਿਹੜੀਆਂ ਕੁਛ ਗੱਲਾਂ ਜਿਹੜੀਆਂ ਇਸ ਟਾਈਮ ਸਾਹਮਣੇ ਆਈਆਂ ਆ, ਸੋ ਉਸ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ। ਬਿਲਕੁਲ, ਵਾਕਈ ਮੈਂ ਜਦੋਂ ਪਿਛਲੇ ਵੀਕਐਂਡ ਡੈਲਸ ਦੇ ਵਿੱਚ ਵੀ ਗਏ ਸੀਗੇ ਅਤੇ ਉੱਥੇ ਸਾਡੀ FMCSA ਵਾਲਿਆਂ ਨਾਲ ਮੁਲਾਕਾਤ ਵੀ ਹੋਈ ਸੀ, ਇੰਟਰਵਿਊ ਹੋਏ ਸੀ, ਕਾਫੀ ਕਲੈਰੀਫਿਕੇਸ਼ਨ ਅਸੀਂ ਟਰਾਈ ਕੀਤੀ ਲੈਣ ਦੀ। ਅਤੇ ਇਹ ਜਿਹੜੀ ਐਗ ਐਗਜ਼ੈਂਪਸ਼ਨ ਦੀ ਜਿਹੜੀ ਕਲੈਰੀਫਿਕੇਸ਼ਨ ਆ, ਇਹ
ਥੋੜ੍ਹੀ ਜਿਹੀ ਸਾਨੂੰ ਵੀ ਟਾਈਮ ਲੱਗਾ ਕਰਨ ਨੂੰ, ਚਲੋ, ਪਰ ਅਸੀਂ ਵੀ ਕੋਈ ਵੀ ਗਲਤ ਇਨਫੋਰਮੇਸ਼ਨ ਨਹੀਂ ਸੀ ਦੇਣਾ ਚਾਹੁੰਦੇ, ਇਸ ਕਰਕੇ ਪੂਰਾ ਟਾਈਮ ਲੈ ਕੇ ਪ੍ਰੋਪਰ ਸੋਰਸ ਤੋਂ ਅਸੀਂ ਕਨਫਰਮ ਕਰਨ ਤੋਂ ਬਾਅਦ ਇਹ ਕਨਫਰਮੇਸ਼ਨ ਜਿਹੜੀ ਆ, ਇਹ ਜਿਹੜੀ ਕਲੈਰੀਫਿਕੇਸ਼ਨ ਹੈ, ਇਹ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਸਾਰਿਆਂ ਸਾਹਮਣੇ। ਪਰ ਇਹਦੇ ਵਿੱਚ ਇੱਕ ਚੀਜ਼ ਮੈਂ ਪਹਿਲਾਂ ਕਲੀਅਰ ਕਰ ਦੇਣੀ ਚਾਹੁੰਦਾ ਕਿ ਐਗਜ਼ਾਮਸ਼ਨ ਜਿਹੜੀ ਅਵੇਲੇਬਲ ਹੈਗੀ ਤੁਹਾਡੇ ਲਈ, ਪਰ ਪ੍ਰੋਬਲਮ ਥੋੜ੍ਹੀ ਜਿਹੀ ਇਹ ਹੈਗੀ ਆ ਕਿ ਜਿਹੜੀਆਂ ਸਾਰੀਆਂ ਸਟੇਟਸ ਹੈਗੀਆਂ ਆ ਉਹਨਾਂ ਦੇ ਵਿੱਚ ਕੁਛ ਇੱਕ ਜਿਹੜੀਆਂ ਸਟੇਟਸ ਆ ਕਿਤੇ ਨਾ ਕਿਤੇ ਜਿਹੜੇ ਲਾਅ ਇਨਫੋਰਸਮੈਂਟ ਪਰਸਨਲ ਹੈਗੇ ਆ, ਜਾਂ ਤਾਂ ਉਹਨਾਂ ਨੂੰ ਫੁੱਲੀ ਟ੍ਰੇਨਡ ਨਹੀਂ ਹੈਗੇ ਉਹ ਅਜੇ, ਜਾਂ ਉਹਨਾਂ ਨੂੰ ਫੁੱਲੀ ਪਤਾ ਨਹੀਂ ਹੈਗਾ। ਸੋ ਇਸ ਕਰਕੇ ਇਹਦੀਆਂ ਜਿਹੜੀਆਂ ਅਸੀਂ ਕੋਸ਼ਿਸ਼ ਕਰਾਂਗੇ, ਸਾਡੀ ਜਿਹੜੀ ਪੰਜਾਬੀ ਟਰਕੀ USA ਦੀ ਸਾਈਟ ਹੈਗੀ ਆ, ਪੰਜਾਬੀ ਟਰਕੀ ਸਾਈਟ 'ਤੇ ਅਸੀਂ ਇਹ ਪੇਪਰ ਵਰਕ ਜਿਹੜਾ ਆ ਇਹ ਜ਼ਰੂਰ ਪਾ ਸਕੀਏ ਤਾਂ ਕਿ ਇਹ ਤੁਸੀਂ ਪ੍ਰਿੰਟ ਕਰਕੇ ਆਪਣੇ ਟਰੱਕ 'ਚ ਰੱਖਣਾ ਆ। ਸੋ ਇਹ ਮੈਂ ਗੱਲ ਕਰਨ ਤੋਂ ਪਹਿਲਾਂ ਕਲੀਅਰ ਕਰ ਦਿਆਂ, ਕਿਉਂਕਿ ਇਹ ਗੱਲ ਜਿਹੜੀ ਐਗ ਐਗਜ਼ਾਮਸ਼ਨ ਦੀ ਆ ਕਾਫੀ ਵੱਡੀ ਹੈਗੀ ਆ ਔਰ ਕਾਫੀ ਰਿਲੀਫ ਹੋ ਸਕਦੀ ਆ ਆਪਣੇ ਬੰਦਿਆਂ ਨੂੰ। ਸੋ ਇਹਦੇ ਵਿੱਚ ਇੱਦਾਂ ਹੈ ਕਿ ਮੈਂ ਇੱਕ ਦੋ ਸਿਨੈਰੀਓ ਜਿਹੜੇ ਆ ਉਹ ਮੈਂ ਜ਼ਰੂਰ ਯੂਜ਼ ਕਰੂੰਗਾ ਕਿ ਜਿਵੇਂ ਕਿ ਬਹੁਤ ਜਿਹੜੇ ਆਪਣੇ ਰੀਫਰ ਲੋਡ ਚੱਕਦੇ ਹੈਗੇ ਆ ਉਹਨਾਂ ਦਾ ਇਸ਼ੂ ਹੈਗਾ ਕਿ ਜਦੋਂ ਉਹ ਪਿਕ ਕਰਨ ਜਾਂਦੇ ਆ ਸਲੀਨੀਅਸ ਏਰੀਆ ਜਾਂ ਕਿਤੇ ਵੀ ਏਰੀਆ 'ਚ ਪਿਕਅਪ ਕਰਨ ਜਾਂਦੇ ਆ ਅਤੇ ਉੱਥੇ ਬਹੁਤ ਟਾਈਮ ਲੱਗਦਾ ਹੈ ਅਤੇ ਉਹ ਟਾਈਮ ਜਿਹੜਾ ਉਹਨਾਂ ਦਾ ਡਰਾਈਵ ਟਾਈਮ ਜਿਹੜਾ ਵੇਸਟ ਹੋ ਜਾਂਦਾ ਹੈ। ਸੋ ਇਹਦੇ ਵਿੱਚ ਜਿਹੜੀ ਐਗਜ਼ਾਮਸ਼ਨ ਹੈਗੀ ਆ ਉਹ ਇਹ ਹੈ ਕਿ ਜਿਹੜਾ ਤੁਹਾਡਾ ਪਹਿਲਾ ਪਿਕਅਪ ਪੁਆਇੰਟ ਹੈ ਸਲੀਨੀਅਸ ਦੇ ਵਿੱਚ, ਉਸ ਪੁਆਇੰਟ ਤੋਂ ਸ਼ੁਰੂ ਹੋਊਗੀ ਕਹਾਣੀ ਸਾਰੀ। ਸੋ ਪਹਿਲੇ ਪਿਕਅਪ ਪੁਆਇੰਟ ਤੋਂ 172 ਮੀਲ ਦਾ ਰੇਡੀਅਸ ਜਿਹੜਾ ਆ ਉਹ ਇੱਕ ਵਰਚੁਅਲ ਸਰਕਲ ਬਣਾਉਣਾ ਆ ਤੁਸੀਂ ਵੀ। 172 ਮੀਲ ਉਹ ਜਿੱਥੇ ਤੁਸੀਂ ਪਿਕਅਪ ਕਰ ਲੈਣਾ ਉੱਥੋਂ ਕਿੱਥੋਂ ਸ਼ੁਰੂ ਹੁੰਦੇ ਆ। ਸੋ ਮੰਨ ਲਓ ਬੰਦਾ ਫਰਿਜ਼ਨੋ ਤੋਂ ਪਿਕਅਪ ਕਰਨ ਤੁਰਿਆ ਆ ਤੇ ਉਹਦੇ ਜਦੋਂ ਉਹ ਉਸ 172 ਮੀਲ ਦੇ ਰੇਡੀਅਸ ਦੇ ਘੇਰੇ ਦੇ ਵਿੱਚ ਵੜਦਾ ਆ ਤੇ ਉੱਥੋਂ ਉਹਦੀ ਜਿਹੜੀ ਆ ELD ਆ, ਜਿਹੜੀ ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ਆ, ਉਹਦੀ ਜਿਹੜੀ ਟਾਈਮ ਰਿਕੁਆਇਰਮੈਂਟ ਆ ਤੇ ਉਹਦੀ ਡਰਾਈਵਿੰਗ ਰਿਕੁਆਇਰਮੈਂਟ ਉਹ ਖਤਮ ਹੋ ਜਾਂਦੀ ਆ। ਸੋ ਬੇਸਿਕਲੀ ਉੱਥੇ ਐਗਜ਼ਾਮਸ਼ਨ ਉਹਦੀ ਸ਼ੁਰੂ ਹੋ ਜਾਂਦੀ ਆ 172 ਮਾਈਲ ਤੇ। ਸੋ ਉੱਥੇ ਉਹ ਆਪਣੀ ਲੌਗ ਬੁੱਕ ਨੂੰ ਆਫ ਡਿਊਟੀ ਡਰਾਈਵਿੰਗ ਟਾਈਮ ਦੇ ਵਿੱਚ ਪਾ ਸਕਦੇ ਨੇ। ਸੋ ਆਫ ਡਿਊਟੀ ਡਰਾਈਵਿੰਗ ਦੇ ਵਿੱਚ ਉਹ ਟਾਈਮ ਉਹਨਾਂ ਦੇ 14 ਘੰਟੇ ਵੱਲ ਕਾਊਂਟ ਨਹੀਂ ਹੁੰਦਾ। ਸੋ ਉਹ ਜਦੋਂ ਉੱਥੋਂ ਲੈ ਕੇ ਤੇ ਆਪਣੇ ਪਿਕਅਪ ਪੁਆਇੰਟ 'ਤੇ ਪਹੁੰਚਦੇ ਆ, ਆਪਣੀ ਪਿਕਅਪ ਕਰਦੇ ਆ ਤੇ ਪਿਕਅਪ ਕਰਨ ਤੋਂ ਬਾਅਦ ਉੱਥੇ 2, 3, 4 ਪਿਕਅਪ ਹੈਗੀਆਂ ਉਹਨਾਂ ਦੀਆਂ ਅਲੱਗ ਅਲੱਗ ਏਰੀਏ ਦੇ ਵਿੱਚ। ਉਹ ਜਿੰਨੀ ਦੇਰ ਤੱਕ 172 ਮੀਲ ਦੇ ਰੇਡੀਅਸ ਦੇ ਵਿੱਚ ਰਹਿੰਦੇ ਆ ਉਨੀ ਦੇਰ ਤੱਕ ਉਹ ਐਗਜ਼ਾਮਟ ਆ ਕਿਸੇ ਵੀ ELD ਦੇ ਜਿਹੜੇ ਲਾਅ ਤੋਂ, ਕਿਸੇ ਵੀ ਟਾਈਮ ਤੋਂ ਉਹ ਐਗਜ਼ਾਮਟ ਆ। ਪਰ ਸ਼ਰਤ ਉਹਦੇ ਵਿੱਚ ਇਹ ਆ ਕਿ ਜਿਹੜਾ ਵੀ ਪ੍ਰੋਡਿਊਸ ਤੁਸੀਂ ਪਿਕਅਪ ਕਰ ਰਹੇ ਆ ਉਹ ਨਾਨ ਪ੍ਰੋਸੈਸਡ ਹੋਣਾ ਚਾਹੀਦਾ, ਪ੍ਰੋਸੈਸਡ ਫੂਡ ਨਹੀਂ ਹੋਣਾ ਚਾਹੀਦਾ। ਨਾਨ ਪ੍ਰੋਸੈਸਡ ਜਿਵੇਂ ਕਿ ਤੁਸੀਂ ਸਟ੍ਰਾਬੇਰੀ ਪਿਕ ਕਰਦੇ ਆ, ਉਹ ਆਪਾਂ ਪਿਕ ਕੀਤੀ, ਡੱਬੇ 'ਚ ਪਾਈ ਤੇ ਆਪਾਂ ਉਹਨਾਂ ਨੇ ਉੱਥੇ ਟਰੱਕ 'ਚ ਲਾਤੀ, ਉਹ ਨਾਨ ਪ੍ਰੋਸੈਸ ਦੇ ਵਿੱਚ ਆ ਜਾਂਦੀ ਹੈ। ਕੋਈ ਪਰਟੀਕੂਲਰ ਕਲੈਰਿਟੀ ਨਹੀਂ ਦਿੱਤੀ ਉਹਨਾਂ ਨੇ ਕਿ ਨਾਨ ਪ੍ਰੋਸੈਸ ਫੂਡ ਜਿਹੜਾ ਉਹ ਕਿਹੜਾ ਹੋਊਗਾ। ਪਰ ਪ੍ਰੋਸੈਸ ਫੂਡ ਜਿਹੜਾ ਆ ਉਹ ਹੁੰਦਾ ਹੈ ਕਿ ਜਿੱਥੇ ਤੁਸੀਂ ਉਹਨੂੰ ਕੱਟ ਕਰਤਾ, ਫੂਡ 'ਤੇ ਕੋਈ ਛੁਰੀ ਲੱਗ ਗਈ, ਕੱਟ ਹੋ ਗਈ, ਕੱਟ ਹੋ ਕੇ ਪੈਕ ਹੋਇਆ ਜਾਂ ਕੱਟ ਹੋ ਕੇ ਉਹ ਡੱਬੇ 'ਚ ਪਾਤਾ ਜਾਂ ਉਹ ਕਿਸੇ ਤਰ੍ਹਾਂ ਦਾ ਵੀ ਕੱਟ ਕਰਤਾ ਉਹਨੂੰ, ਜਾਂ ਉਹ ਆਪਣੀ ਓਰੀਜਨਲ ਸ਼ੇਪ ਦੇ ਵਿੱਚ ਨਾ ਰਵੇ, ਠੀਕ ਹੈ ਜੀ, ਉਹ ਪ੍ਰੋਸੈਸਡ ਹੋ ਜਾਂਦਾ। ਜਿਵੇਂ ਹੁਣ ਆਪਾਂ ਗਾਜਰਾਂ ਪਿਕਅਪ ਕਰਦੇ ਹਾਂ ਬੇਕਰਸਫੀਲਡ ਤੋਂ ਤੇ ਉਹ ਪ੍ਰੋਸੈਸਡ ਹੋ ਜਾਂਦੀਆਂ ਕਿਉਂਕਿ ਉਹ ਕੱਟ ਚੌਪ ਕਰਕੇ ਸੋਹਣੀਆਂ ਸੋਹਣੀਆਂ ਬਣਾ ਕੇ ਉਹ ਪੈਕਟਾਂ 'ਚ ਪੈਕ ਹੁੰਦੀਆਂ, ਸੋ ਉਹ ਪ੍ਰੋਸੈਸਡ ਹੋ ਗਿਆ। ਜੇ ਗਾਜਰਾਂ ਬਿਲਕੁਲ ਓਰੀਜਨਲ ਫਾਰਮ ਦੇ ਵਿੱਚ ਹੋਣ, ਉਹਨਾਂ ਨੂੰ ਕੋਈ ਕੱਟ ਵੱਢ ਨਾ ਕੀਤੀ ਹੋਵੇ, ਜਿੱਦਾਂ ਉੱਥੋਂ ਦੇ ਟਰੱਕ ਲੈ ਕੇ ਆਉਂਦੇ ਆ ਆਪਣੇ ਪੈਕਿੰਗ ਹਾਊਸ ਤੱਕ, ਉਹ ਐਗਜ਼ਾਮਟ ਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਸ 172 ਮੀਲ ਦੇ ਰੇਡੀਅਸ ਦੇ ਵਿੱਚ ਤੁਸੀਂ ELD ਦੇ ਲਾਅ ਤੋਂ ਐਗਜ਼ਾਮਟ ਹੈਗੇ ਆ, ਬਸ਼ਰਤੇ ਕਿ ਤੁਸੀਂ ਜੋ ਚੁੱਕ ਰਹੇ ਆ, ਜੋ ਲੋਡ ਚੱਕ ਰਹੇ ਆ, ਉਹ ਨਾਨ ਪ੍ਰੋਸੈਸ ਹੋਵੇ, ਉਹ ਪ੍ਰੋਸੈਸ ਨਹੀਂ ਹੋਇਆ ਹੋਣਾ ਚਾਹੀਦਾ। ਤੇ ਇਹ ਜਿਹੜੀ ਚੀਜ਼ ਆ ਇਹ ਤੁਸੀਂ ਜਿਹੜੀ ਵੀ ਆਪਣੀ ਤੁਹਾਡੀ ਫੋਲਡਰ ਹੈਗਾ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਪੂਰੀ ਸ਼ੀਟ ਹੈਗੀ ਆ ਇਹ ਸਾਰੀ ਉੱਤੇ ਅਪਲੋਡ ਕਰੀਏ ਸਾਈਟ 'ਤੇ ਤਾਂ ਕਿ ਤੁਸੀਂ ਪ੍ਰਿੰਟ ਕਰਕੇ ਨਾਲ ਰੱਖ ਸਕੋ। ਸੋ ਇਹਦੇ ਵਿੱਚ ਇਹ ਜਿਹੜੀ ਪਹਿਲਾਂ ਕਨਫਿਊਜ਼ਨ ਸੀਗੀ ਵਿੱਚ ਅਸੀਂ ਵੀ ਇਹੋ ਹੀ ਕਿਹਾ ਸੀਗਾ ਕਿ ਇਹ ਨਹੀਂ ਹੋ ਸਕਦਾ ਜਾਂ ਨਹੀਂ ਹੈਗਾ, ਪਰ ਰੀਸੈਂਟਲੀ ਉਹਨਾਂ ਦੇ ਨਾਲ ਗੱਲ ਕਰਨ ਤੋਂ ਪਤਾ ਲੱਗਾ ਕਿ ਇਹ ਨਹੀਂ, ਇਹ ਹੈਗਾ ਆ। ਪਰ ਅਗੇਨ ਇਸ਼ੂ ਇਹ ਆਉਂਦਾ ਹੈ ਕਿ ਤੁਸੀਂ ਇਹ ਜਦੋਂ ਐਗਜ਼ਾਮਸ਼ਨ ਯੂਜ਼ ਕਰਦੇ ਆ ਤੇ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਜੇ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤੇ ਡੈਫੀਨੇਟਲੀ ਉੱਥੇ ਤੁਹਾਨੂੰ ਦਿਖਾਉਣਾ ਪਊਗਾ। ਅਸੀਂ ਜਿਹੜੀ ਸੈਕਰਾਮੈਂਟੋ ਆਪਣੀ ਨਾਪਟਾ ਦੀ ਮੀਟਿੰਗ ਹੋਈ ਸੀਗੀ ਆ ਇਸ ਵੀਕ ਦੇ ਵਿੱਚ, ਉੱਥੇ ਵੀ FMCSA ਵਾਲੇ ਆਏ ਸੀਗੇ ਔਰ ਉਹਨਾਂ ਨੇ ਆਣ ਕੇ ਕਨਫਰਮ ਇਹ ਚੀਜ਼ ਗੱਲ ਕੀਤੀ ਸੀ ਔਰ ਸਪੈਸੀਫਿਕਲੀ ਇਸੇ ਚੀਜ਼ ਦੇ ਉੱਤੇ ਸਾਰੀ ਪ੍ਰੈਜੈਂਟੇਸ਼ਨ ਸੀ ਉਹਨਾਂ ਦੀ ਕਿ ਜਿਹੜੀ ਐਗ ਐਗਜ਼ਾਮਸ਼ਨ ਹੈਗੀ ਆ ਇਹ
ਬਈ ਅਵੇਲੇਬਲ ਹੈਗੀ ਆ, ਪਰ ਨਾਨ ਪ੍ਰੋਸੈਸ ਤੇ ਪ੍ਰੋਸੈਸ ਫੂਡ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਆ ਉਹ ਡਿਫਰੈਂਸ਼ੀਏਟ ਕਰਨਾ ਜ਼ਰੂਰੀ ਆ। ਜੇ ਤੁਸੀਂ ਸਾਰਾ ਟਰੱਕ ਲੋਡ ਕੀਤਾ ਆ, ਸਾਰੇ ਟਰੱਕ ਦੇ ਵਿੱਚ ਤੁਹਾਡਾ ਇੱਕ ਵੀ ਪੈਲਟ ਪ੍ਰੋਸੈਸਡ ਫੂਡ ਦਾ ਹੈਗਾ ਆ, ਤੇ ਤੁਹਾਡੀ ਐਗਜ਼ੈਂਪਸ਼ਨ ਖਤਮ ਹੋ ਜਾਂਦੀ ਹੈ, ਤੁਹਾਡੀ ਐਗਜ਼ੈਂਪਸ਼ਨ ਲਾਗੂ ਨਹੀਂ ਹੁੰਦੀ ਫਿਰ। ਸੋ ਸਾਰੇ ਦਾ ਸਾਰਾ ਲੋਡ ਤੁਹਾਡਾ ਐਗਜ਼ੈਂਪਟ ਹੋਣਾ ਚਾਹੀਦਾ। ਔਰ ਇਸ ਤੋਂ ਬਾਅਦ ਜਦੋਂ ਤੁਸੀਂ 172 ਮੀਲ ਦੇ ਰੇਡੀਅਸ ਚੋਂ ਬਾਹਰ ਨਿਕਲਦੇ ਆ ਤੇ ਉਹ ਇੱਕ ਵਰਚੁਅਲ ਲਾਈਨ ਤੁਸੀਂ ਬਣਾਈ ਹੈ ਵੀ ਇੱਥੇ ਸਾਨੂੰ 172 ਮੀਲ ਹੋ ਜਾਂਦੇ ਆ। ਸੋ ਜਦੋਂ ਤੁਸੀਂ ਉਸ ਲਾਈਨ ਤੋਂ ਬਾਹਰ ਨਿਕਲਦੇ ਆ ਤੇ ਤੁਹਾਡੀ ਲੌਗ ਬੁੱਕ ਆਵਰਸ ਉੱਥੇ ਸਟਾਰਟ ਹੋ ਜਾਂਦੇ, ਤੁਹਾਨੂੰ ਉੱਥੇ ਲੌਗਿੰਗ ਕਰਨੀ ਜ਼ਰੂਰੀ ਹੋ ਜਾਂਦੀ ਆ। ਔਨ ਡਿਊਟੀ ਡਰਾਈਵਿੰਗ ਸਾਰਾ ਜਿਹੜਾ ਰੈਗੂਲਰ ਲੌਗ ਬੁੱਕ ਆ ਉਹ ਲਾਗੂ ਹੁੰਦੀ ਹੈ। ਇਵੇਂ ਹੀ ਰਾਜਕਿਰਨ ਇਹ ਜਿਹੜਾ ਇਹੋ ਹੀ ਪ੍ਰੋਸੈਸ ਹੈਗਾ। ਮੰਨ ਲਓ ਤੁਸੀਂ ਹਿਊਸਟਨ ਜਾ ਕੇ ਲੋਡ ਲਾਤਾ, ਹਿਊਸਟਨ ਜਾ ਕੇ ਲੋਡ ਲਾਤਾ ਤੇ ਹਿਊਸਟਨ ਤੋਂ ਤੁਹਾਨੂੰ ਤੁਹਾਡੇ ਡਿਸਪੈਚਰ ਨੇ ਭੇਜਤਾ ਲੋਰੀਡੋ, ਬਈ ਉੱਥੋਂ ਆਪਾਂ ਪ੍ਰੋਡਿਊਸ ਦਾ ਚੱਕ ਕੇ ਲੈ ਕੇ ਆਉਣਾ, ਕੁਛ ਵੀ ਉੱਥੋਂ ਚੱਕ ਕੇ ਲੈ ਕੇ ਆਉਣਾ। ਹੁਣ ਉਹ ਪ੍ਰੋਡਿਊਸ ਫਿਰ ਜੇ ਨਾਨ ਪ੍ਰੋਸੈਸਡ ਹੈਗਾ ਆ ਤੇ ਉਹੀ 172 ਮਾਈਲ ਰੇਡੀਅਸ ਜਿਹੜਾ ਉਹਦੇ ਲੋਰੀਡੋ ਦੇ ਆਲੇ ਦੁਆਲੇ ਉਹ ਤੁਹਾਡੇ ਲਈ ਫਿਰ ਐਜ਼ ਐਗਜ਼ੈਂਪਟ ਬਣ ਜਾਂਦਾ। ਤੁਸੀਂ ਉੱਥੇ ਵੀ ਉਹ ਐਗਜ਼ੈਂਪਸ਼ਨ ਯੂਜ਼ ਕਰ ਸਕਦੇ ਆ। ਪਰ ਅਗੇਨ ਮੇਕ ਸ਼ੋਰ ਕਿ ਤੁਹਾਡੀ ਟਰੱਕ ਦੇ ਵਿੱਚ, ਤੁਹਾਡੇ ਲੋਡ ਦੇ ਵਿੱਚ ਕੋਈ ਵੀ ਪ੍ਰੋਸੈਸਡ ਫੂਡ ਦਾ ਪੈਲਟ ਨਾ ਹੋਵੇ, ਕੋਈ ਚਾਹੇ ਛੋਟਾ ਮੋਟਾ ਵੀ ਚੀਜ਼ ਜਿਹੜੀ ਆ ਉਹ ਪ੍ਰੋਸੈਸ ਨਾ ਹੋਵੇ, ਕਿਉਂਕਿ ਉਹ ਇੱਕ ਛੋਟੀ ਜਿਹੀ ਬਾਕਸ ਜਾਂ ਛੋਟਾ ਇੱਕ ਪੈਲਟ ਵੀ ਜਿਹੜਾ ਆ ਉਹ ਤੁਹਾਡੀ ਐਗਜ਼ੈਂਪਸ਼ਨ ਨੂੰ ਖਤਮ ਕਰ ਸਕਦਾ ਹੈ। ਸੋ ਮੇਕ ਸ਼ੋਰ ਇਹ ਡਿਸਪੈਚਰਸ ਵਾਸਤੇ ਖਾਸ ਹਦਾਇਤ ਆ ਕਿ ਉਹ ਆਪਣਾ ਜਦੋਂ ਵੀ ਲੋਡ ਦੇਖਦੇ ਆ, ਲੈਂਦੇ ਆ, ਸੋ ਡਿਸਪੈਚਰਸ ਨੂੰ ਇਹ ਮੇਕ ਸ਼ੋਰ ਕਰਨਾ ਪੈਣਾ ਆ ਕਿ ਉਹਨਾਂ ਦਾ ਲੋਡ ਜਿਹੜਾ ਪ੍ਰੋਸੈਸਡ ਹੈ ਕਿ ਨਾਨ ਪ੍ਰੋਸੈਸਡ ਹੈ। ਸੋ ਸਹੂਲਤ ਜਿਹੜੀ ਅਵੇਲੇਬਲ ਆ, ਪਰ ਸਹੂਲਤ ਨੂੰ ਥੋੜ੍ਹਾ ਜਿਹਾ ਢੰਗ ਤਰੀਕੇ ਨਾਲ ਯੂਜ਼ ਕਰਨ ਦੀ ਲੋੜ ਆ। ਲਾਜ਼ ਜਿਹੜੇ ਅਵੇਲੇਬਲ ਆ ਉਹਨਾਂ ਨੂੰ ਇੱਕ ਢੰਗ ਤਰੀਕੇ ਨਾਲ ਯੂਜ਼ ਕਰੋ ਤੇ ਉਹ ਆਪਣੇ ਬੈਨੀਫਿਟ ਲਈ ਕਾਫੀ ਮਤਲਬ ਆਪਣੇ ਟਰੱਕਿੰਗ ਦੇ ਆਪਰੇਸ਼ਨ ਲਈ, ਖਾਸ ਕਰਕੇ ਰੀਫਰ ਆਪਰੇਸ਼ਨ ਲਈ ਕਾਫੀ ਬੈਨੀਫਿਸ਼ੀਅਲ ਹੋ ਸਕਦੇ ਆ। ਜੀ 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 ਬਿਲਕੁਲ। ਤੇ ਨਾਲ ਹੀ ਰਮਨ ਜੀ ਕੁਝ ਕਾਲਰ ਵੀ ਜਿਹੜੇ ਜੁੜੇ ਨੇ ਉਹ ਕੁਝ ਸਵਾਲ ਵੀ ਜਿਹੜੇ ਜਾਂ ਇਹਦੀ ਜਾਂ ਹੋਰ ਟਰੱਕਿੰਗ ਦੇ ਨਾਲ ਜੁੜੇ ਜਿਹੜਾ ਪੁੱਛਣਾ ਚਾਹੁੰਦੇ ਨੇ। ਆਪਣੇ ਨਾਲ ਜੁੜੇ ਹੋਏ ਨੇ ਰੋਬੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਜੀ। ਸਤਿ ਸ਼੍ਰੀ ਅਕਾਲ ਰਮਨ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹੀ ਸੀਗਾ ਜੀ, ਪਹਿਲਾਂ ਜਦੋਂ ਪੇਪਰ ਲੌਗ ਬੁੱਕ ਲੱਗੀ ਹੁੰਦੀ ਸੀ ਉਦੋਂ ਆਪਾਂ ਜਦੋਂ ਵੀ ਆਪਣੀ ਡਿਊਟੀ ਸ਼ੁਰੂ ਕਰਦੇ ਸੀ, ਸ਼ਿਫਟ ਸ਼ੁਰੂ ਕਰਦੇ ਸੀ, ਆਪਾਂ ਨੂੰ 15 ਮਿੰਟ ਆਫ ਡਿਊਟੀ ਪਲੱਸ 15 ਮਿੰਟ ਔਨ ਡਿਊਟੀ ਇੰਸਪੈਕਸ਼ਨ ਕਰਕੇ ਤੋਰਨੀ ਹੁੰਦੀ ਸੀ ਲੌਗ ਬੁੱਕ। ਹੁਣ ਮੇਰਾ ਕੁਐਸਚਨ ਇਹ ਹੈ ਵੀ ਆਪਾਂ ਹੁਣ ਆਪਣੇ ਕੋਲ ਆਪਸ਼ਨ ਹੈਗੀ 15 ਮਿੰਟ ਤੋਂ ਘੱਟ ਆਪਾਂ ਲੌਗ ਕਰ ਸਕਦੇ ਹਾਂ, ਤੇ ਕੁਐਸਚਨ ਮੇਰਾ ਇਹ ਹੈ ਵੀ ਹੁਣ ਆਪਾਂ ਨੂੰ 15 ਮਿੰਟ ਆਫ ਡਿਊਟੀ 15 ਮਿੰਟ ਔਨ ਡਿਊਟੀ ਲੌਗ ਕਰਨਾ ਪਊਗਾ ਕਿ ਜਿੰਨਾ ਚਿਰ ਐਕਚੁਅਲ ਟਾਈਮ ਯੂਜ਼ ਹੁੰਦਾ ਆਪਣਾ 11 ਮਿੰਟ 'ਚ ਹੁਣ ਮੇਰੀ ਇੰਸਪੈਕਸ਼ਨ ਹੋ ਜਾਂਦੀ ਟਰੱਕ ਦੀ, 11 ਮਿੰਟ ਲੌਗ ਕਰਨੀ ਕਿ ਮੈਂ ਜਿਵੇਂ 15 ਮਿੰਟ ਪਹਿਲਾਂ ਪੇਪਰ ਲੌਗ ਬੁੱਕ ਤੇ ਪਾਉਂਦੇ ਹੁੰਦੇ ਸੀਗੇ। ਤੇ ਦੂਜੀ ਗੱਲ ਮੈਂ ਕਰਨਾ ਚਾਹੁੰਦਾ ਵੀ ਕੱਲ ਨਿਊ ਮੈਕਸੀਕੋ ਦੇ ਵਿੱਚ ਐਕਸੀਡੈਂਟ ਹੋਇਆ ਸੀਗਾ ਟਰੱਕ ਤੇ ਗ੍ਰੇ ਹਾਊਂਡ ਦਾ, ਤੇ ਉਹ ਈਸਟਬਾਊਂਡ ਜਾ ਰਿਹਾ ਸੀਗਾ ਟਰੱਕ ਤੇ ਬੱਸ ਜਾ ਰਹੀ ਸੀ ਵੈਸਟ ਬਾਊਂਡ, ਤੇ ਟਰੱਕ ਦਾ ਸੀ ਟਾਇਰ ਪਾੜ ਗਿਆ ਸੀਗਾ ਤੇ ਉਸਦੀ ਹੈਡ ਆਨ ਹਿੱਟ ਹੋਈ ਬੱਸ ਨਾਲ ਤੇ 7 ਲੋਕਾਂ ਦੀ ਮੌਤ ਹੋ ਗਈ ਤੇ ਬਹੁਤ ਮਾੜਾ ਹੋਇਆ। ਤੇ ਮੈਂ ਤਾਂ ਇਹੀ ਕਹੂੰਗਾ ਵੀ ਇਹ ਕੁਛ ਕਿਸੇ ਨਾਲ ਵੀ ਹੋ ਸਕਦਾ, ਡਰਾਈਵ ਕਰਦੇ ਹਾਂ ਆਪਾਂ ਰੋਡ ਦੇ ਉੱਤੇ ਤੇ ਪਲੀਜ਼ ਧਿਆਨ ਰੱਖੋ ਟਾਇਰ ਦੀ, ਸਟੀਅਰਿੰਗ ਟਾਇਰ ਜਿਹੜੀ ਲਾਈਫ ਹੁੰਦੀ ਆ ਉਹ ਤੋਂ 2-3 ਮਹੀਨੇ ਘੱਟ ਯੂਜ਼ ਕਰੋ, ਉਹਨੂੰ ਚੇਂਜ ਕਰਵਾਓ 80-90,000 ਮਾਈਲਸ ਤੋਂ, ਤੇ ਪੈਨੀ ਟੈਸਟ ਕੀਤਾ ਜਾਵੇ ਟਾਇਰ ਟਰੈਡ ਨਾਲ, ਜਿਹੜਾ ਪੈਨੀ ਟੈਸਟ ਹੁੰਦਾ ਆ ਜੀ, ਤੇ ਪਲੀਜ਼ ਬਚਾ ਕੇ ਚਲਾਇਆ ਜਾਵੇ। ਇਹੀ ਕਹਿਣਾ। ਧੰਨਵਾਦ। ਥੈਂਕ ਯੂ ਰੋਬੀ ਜੀ। ਬਿਲਕੁਲ ਜੀ, ਜਿਹੜੀ ਤੁਸੀਂ ਲੌਗ ਬੁੱਕ ਦਾ ਕੁਐਸਚਨ ਪੁੱਛਿਆ ਹੈਗਾ ਉਹਦੇ ਵਿੱਚ ਜਿਹੜਾ, ਕਿਉਂਕਿ ਹੁਣ ਅੱਗੇ ਆਪਣੇ ਕੋਲ 15 ਮਿੰਟ ਤੋਂ ਘੱਟ ਦੀ ਆਪਸ਼ਨ ਹੈ ਨਹੀਂ ਸੀ, ਸੋ ਇਸ ਕਰਕੇ ਆਪਾਂ 15 ਮਿੰਟ ਦੀ ਆਪਸ਼ਨ ਉੱਥੋਂ ਘੱਟ ਆਪਣੇ ਕੋਲ ਲਾਈਨ ਖਿੱਚਣ ਵਾਸਤੇ ਉਹ ਬਲੌਕ ਜਿਹੜਾ ਛੋਟਾ ਜਿਹਾ ਸੀ ਉਹ ਹੈ ਨਹੀਂ ਸੀਗਾ। ਪਰ ਹੁਣ ਆਪਣੇ ਕੋਲ ਕਿਉਂਕਿ ਇਲੈਕਟ੍ਰੋਨਿਕ ਹੈਗਾ ਤੇ ਮੇਰੇ ਖਿਆਲ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੋਊਗੀ ਵੀ ਜੇ ਤੁਸੀਂ 11 ਮਿੰਟ ਬਾਅਦ ਆਪਣਾ ਲੌਗਇਨ ਕਰ ਲੈਂਦੇ ਆਪਣਾ ਜਿਹੜਾ ਪ੍ਰੀ ਟ੍ਰਿਪ ਕਰ ਦਿੰਦੇ ਆ ਤੇ ਉਹ ਕੋਈ ਮੇਰੇ ਖਿਆਲ ਕੋਈ ਉਹਦੇ 'ਚ ਪ੍ਰੋਬਲਮ ਨਹੀਂ ਹੋ ਸਕਦੀ। ਜੀ। ਤੇ ਬਾਕੀ ਜਿਹੜੀ ਉਹਨਾਂ ਨੇ ਵੈਸੇ ਜਿਹੜੀ ਗੱਲ ਆਖੀ ਬਹੁਤ ਮੰਦਭਾਗੀ ਘਟਨਾ ਜਿਹੜੀ ਉੱਥੇ ਵਾਪਰੀ ਆ, 7 ਜਾਣਿਆਂ ਦੀ ਜਿਹੜੀ ਉੱਥੇ ਜਿਹੜੀ ਮੌਤ ਹੋਈ ਸੀ ਹੈਡ ਔਨ ਕੋਲੀਜਨ ਦੇ ਵਿੱਚ, ਤੇ ਆਈ ਥਿੰਕ ਆਂਕੜਾ ਸ਼ਾਇਦ ਵੱਧ ਕੇ 8 ਸ਼ਾਇਦ ਦੱਸਿਆ ਜਾ ਰਿਹਾ ਆ। ਤੇ ਬਿਲਕੁਲ ਇੰਸਪੈਕਸ਼ਨ ਜਿਹੜੀ ਆ ਜ਼ਰੂਰ ਜਿੱਦਾਂ ਦੱਸ ਰਹੇ ਆ ਸਾਰਿਆਂ ਨੂੰ ਹੀ ਜਿਹੜੀ ਕਰਨੀ ਚਾਹੀਦੀ। ਕਈ ਬੰਦੇ ਨੂੰ ਕਾਹਲੀ ਵੀ ਹੁੰਦੀ ਹੈ, ਪਰ ਆਈ ਗੈਸ 10-15 ਮਿੰਟ ਜਿਹੜੇ ਐਕਸਟਰਾ ਜ਼ਰੂਰ ਲਾਓ ਕਿਉਂਕਿ ਟਰੱਕ ਨੂੰ ਆਪਾਂ ਲੈ ਕੇ ਜਾਣਾ ਹੁੰਦਾ ਆ। ਸੋ ਇਹ ਨਹੀਂ ਕਹਿ ਰਹੇ ਵੀ ਉਹਦੇ ਕਰਕੇ ਹੋਇਆ ਆ, ਇਹ ਹਾਦਸੇ ਦਾ ਕਦੋਂ ਵੀ ਕਿਸੇ ਦੇ ਨਾਲ ਵੀ ਜਿਹੜਾ ਆ ਮਾੜੀ ਘਟਨਾ ਜਿਹੜੀ ਉਹ ਵਾਪਰ ਸਕਦੀ ਆ, ਬਟ ਫਿਰ ਵੀ ਆਪਾਂ ਆਪਣੇ ਵੱਲੋਂ ਜਿੰਨੀ ਇਹਤਿਆਤ ਵਰਤ ਸਕਦੇ ਹਾਂ, ਜਿੰਨੀ ਆਪਾਂ ਆਪਣੇ ਲਈ ਸੁਰੱਖਿਆ ਜਿਹੜੀ ਕਰ ਸਕਦੇ ਹਾਂ ਤੇ ਬਾਕੀਆਂ ਲਈ ਵੀ, ਕਿਉਂਕਿ
ਜੇ ਇੰਸਪੈਕਟ ਕਰਕੇ ਚੱਲਾਂਗੇ। ਇਹ ਇਕੱਲਾ ਟਰੱਕ ਵਾਲਿਆਂ ਨੂੰ ਨਹੀਂ, ਆਮ ਗੱਡੀਆਂ ਵਾਲਿਆਂ ਨੂੰ ਵੀ ਜਿਹੜਾ ਉਹ ਚਾਹੀਦਾ ਆ, ਉਹ ਵੀ ਆਪਣੇ ਆਉਂਦੇ ਜਾਂਦੇ ਜਦੋਂ ਵੀ ਕਿਤੇ ਜਾਣਾ ਹੁੰਦਾ, ਖਾਸ ਕਰਕੇ ਜਦੋਂ ਕਿਤੇ ਲੌਂਗ ਡਰਾਈਵ 'ਤੇ ਕਿਸੇ ਨੂੰ ਵਾਂਢੇ ਨੂੰ ਜਾਣਾ ਹੁੰਦਾ ਹੈ ਜਾਂ ਕਿਸੇ ਵਿਆਹ ਸ਼ਾਦੀ 'ਤੇ ਜਾਣਾ ਹੁੰਦਾ, ਜ਼ਰੂਰ 5 ਮਿੰਟ ਪਹਿਲੋਂ ਜਿਹੜਾ ਨਿਕਲ ਕੇ ਤੁਰ ਕੇ ਜਿਹੜਾ ਦੇਖ ਲਓ ਵੀ ਹਵਾ ਪਾਣੀ ਜਿਹਨੂੰ ਕਹਿੰਦੇ ਹੁੰਦੇ ਆ ਵੀ ਉਹ ਜਿਹੜਾ ਚੈੱਕ ਕਰ ਲੈਣਾ ਚਾਹੀਦਾ। ਰਸਤੇ ਵਿੱਚ ਐਵੇਂ ਪ੍ਰੋਬਲਮ ਆਊਗੀ, ਕਾਹਲੀ ਕਰੂੰਗੇ, ਕੋਈ ਹੋਰ ਦਿੱਕਤ ਆਊਗੀ, ਸੋ ਉਹ ਚੀਜ਼ ਜਿਹੜੀ ਉਹ ਨਾ ਵਾਪਰੇ। ਸੋ ਜ਼ਰੂਰ ਸਾਰੇ ਹੀ ਜਾਣਿਆਂ ਨੂੰ ਜਿਹੜੀ ਵੀ ਤੁਸੀਂ ਵਾਹਨ ਜਿਹੜਾ ਵੀ ਚਲਾਉਂਦੇ ਹੋ ਉਸ ਨੂੰ ਇੰਸਪੈਕਟ ਜ਼ਰੂਰ ਕਰਿਆ ਕਰੋ। ਜੀ ਬਿਲਕੁਲ ਬਿਲਕੁਲ, ਇਹ ਬਹੁਤ ਕਹਿੰਦੇ ਆ ਕਿ ਮੰਦਭਾਗੀ ਘਟਨਾ ਹੈਗੀ ਆ, ਬਹੁਤ ਅਫਸੋਸ ਵਾਲੀ ਹੈਗੀ ਆ। 8 ਜਾਨਾਂ ਜਾਣੀਆਂ, ਬੜਾ ਔਖਾ ਲੱਗਦਾ ਸੁਣਨਾ ਤੇ ਗੱਲ ਕਰਨੀ, ਪਰ ਜਿਹੜੀ ਚੀਜ਼ ਹੈ ਕਿ ਆਪਣਾ ਇਹ ਹੈ ਜੀ ਜਿੱਦਾਂ ਕਿ ਆਪਾਂ ਨੂੰ ਕੋਈ ਪਤਾ ਨਹੀਂ ਹੈਗਾ ਕਿ ਕੀ ਇਸ਼ੂ ਸੀਗਾ, ਕੀ ਪ੍ਰੋਬਲਮ ਸੀਗੀ, ਇੰਨਾ ਪਤਾ ਹੈ ਵੀ ਟਾਇਰ ਫਟ ਗਿਆ। ਪਰ ਹੁਣ ਜ਼ਰੂਰੀ ਆ ਕਿ ਜੇ ਆਪਾਂ ਥੋੜ੍ਹਾ ਜਿਹਾ ਧਿਆਨ ਆਪਣੀ ਪ੍ਰੀ ਇੰਸਪੈਕਸ਼ਨ ਨਾਲ ਦਈਏ ਤੇ ਬਹੁਤ ਚੀਜ਼ਾਂ ਜਿਹੜੀਆਂ ਟਾਲ ਸਕਦਾ ਹੈ, ਬਹੁਤ ਪ੍ਰੋਬਲਮ ਜਿਹੜੀਆਂ ਖਤਮ ਹੋ ਸਕਦੀਆਂ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲਬਾਤ ਰਮਨ ਜੀ ਜਿਹੜੇ ਟਰੱਕਿੰਗ ਇੰਡਸਟਰੀ ਦੇ ਨਾਲ ਹੀ ਕਰਦੇ, ਜਿਹੜੇ FMCSA ਨੇ ਜਿਹੜਾ ਹੁਣ ਪਬਲਿਕ ਕਮੈਂਟ ਪੀਰੀਅਡ ਓਪਨ ਕੀਤਾ ਹੋਇਆ ਆ, ਜਿਹੜੀ ਕਹਿ ਲਓ ਜਿਹੜੀ ਆਵਰਸ ਆਫ ਸਰਵਿਸ ਆਪਰੇਸ਼ਨ ਆ ਉਸ ਨੂੰ ਲੈ ਕੇ, ਸੋ ਉਸ ਦੇ ਬਾਰੇ ਆਪਣੇ ਜਿਹੜੇ ਸਰੋਤਿਆਂ ਨੂੰ ਆਪਾਂ ਪਿਛਲੀ ਵਾਰੀ ਵੀ ਬੇਨਤੀ ਕੀਤੀ, ਹਰ ਵਾਰੀ ਜਿਹੜੀ ਬੇਨਤੀ ਆ ਰੋਜ਼ਾਨਾ ਹੀ ਕਰ ਰਹੇ ਹਾਂ ਵੀ ਜ਼ਰੂਰ ਵੱਧ ਤੋਂ ਵੱਧ ਜਿਹੜੇ ਉਸ ਦੇ ਉੱਤੇ ਕਮੈਂਟ ਕਰੋ, ਤੁਹਾਡੇ ਹਿਸਾਬ ਦੇ ਨਾਲ ਜਿਹੜੇ ਉਸ ਦੇ ਵਿੱਚ ਚੇਂਜਿਸ ਆ ਰਹੇ ਆ ਵੀ ਉਹ ਕਿੱਦਾਂ ਹੋਣੇ ਚਾਹੀਦੇ ਨੇ, ਨਹੀਂ ਹੋਣੇ ਚਾਹੀਦੇ, ਫਾਇਦੇਮੰਦ ਆ, ਨੁਕਸਾਨਦੇਹ ਆ। ਸੋ ਜ਼ਰੂਰ ਜਿਹੜੇ ਆ ਉਸ ਦੇ ਉੱਤੇ ਕਮੈਂਟ ਸਾਰਿਆਂ ਨੂੰ ਜਿਹੜੀ ਆਪਾਂ ਬੇਨਤੀ ਕਰਦੇ ਹਾਂ ਵੀ ਕਰੋ। ਅਤੇ ਇੱਕ ਵਾਰੀ ਫਿਰ ਜੇ ਰਮਨ ਜੀ ਤੁਸੀਂ ਥੋੜ੍ਹਾ ਜਿਹਾ ਉਸਨੂੰ ਜੇ ਦੱਸ ਦਿਓ ਵੀ ਚੇਂਜਿਸ ਜਿਹੜੇ ਉਹ ਕੀ ਅਕੋਰਡਿੰਗ ਟੂ FMCSA ਜਿਹੜੇ ਹੋਣ ਜਾ ਰਹੇ ਆ ਹੁਣ ਦੀ ਆਵਰ ਆਫ ਸਰਵਿਸ ਦੇ ਨਾਲੋਂ। ਜੀ ਬਿਲਕੁਲ ਜੀ, ਇਹ ਜਿਹੜਾ ਐਡਵਾਂਸ ਰੂਲ ਮੇਕਿੰਗ ਜਿਹੜਾ ਹੈਗਾ ਤਰੀਕਾ ਜਿਹੜਾ ਇਹਨਾਂ ਦਾ ਕਰਨ ਦਾ, ਕਿ ਜਦੋਂ ਰੂਲ ਕੋਈ ਬਣਦਾ ਹੈਗਾ, ਰੂਲ ਕੋਈ ਪ੍ਰਪੋਜ਼ ਕੀਤਾ ਜਾਂਦਾ ਹੈ ਤੇ ਉੱਤੇ ਪਬਲਿਕ ਦੇ ਕਮੈਂਟਸ ਜਿਹੜੇ ਆ ਉਹ ਲਏ ਜਾਂਦੇ ਆ। ਪਬਲਿਕ ਦੀ ਜਿਹੜੀ ਆ ਉਹਨਾਂ ਦੀ ਜਿਹੜੀ ਸੋਚ ਆ ਉਹਦੇ ਤੇ ਗੱਲ ਕੀਤੀ ਜਾਂਦੀ ਕਿ ਕੀ ਸੋਚਦੇ, ਕੀ ਕਮੈਂਟਸ ਹੈਗੇ ਉਹਨਾਂ ਦੀ ਦਿਲ ਦੀ ਗੱਲ ਹੈਗੀ ਆ। ਸੋ ਕਈ ਵਾਰੀ ਆਪਾਂ ਵੀ ਜਦੋਂ ਲੇਟਲੀ ਵੀ ਰਾਜਕਰਨ ਪਹਿਲਾਂ ਆਪਣੀ ELD ਦਾ ਇਸ਼ੂ ਵੀ ਸ਼ੁਰੂ ਹੋਇਆ ਸੀਗਾ ਤੇ ਬਹੁਤ ਜਾਣੇ ਆਪਣੇ ਜਿਹੜੇ ਲਿਸਨਰਸ ਆ ਜਾਂ ਬਹੁਤ ਸਾਡੇ ਫੈਮਿਲੀ ਜਿਹੜੀ ਆ ਉਹ ਇਹ ਕਹਿੰਦੀ ਹੈ ਟਰੱਕਿੰਗ ਵਾਲੀ ਕਿ ਸਾਨੂੰ ਕੋਈ ਪੁੱਛਦਾ ਨਹੀਂ ਆ, ਸਾਡੀ ਕੋਈ ਸਲਾਹ ਨਹੀਂ ਲੈਂਦਾ ਜਾਂ ਸਾਨੂੰ ਕੋਈ ਕਹਿੰਦਾ ਨਹੀਂ। ਆਹ ਇੱਕ ਮੌਕਾ ਆ ਜਿੱਥੇ ਕਿ ਉਹਨਾਂ ਨੇ ਤੁਹਾਡੀ ਸਲਾਹ ਮੰਗੀ ਆ ਔਰ ਹਮੇਸ਼ਾ ਮੰਗਦੇ ਆ, ਹਮੇਸ਼ਾ ਹੁੰਦਾ ਹੈ ਇਹ। ਚਲੋ ਹੁਣ ਥੋੜ੍ਹੀ ਜਿਹੀ ਅਵੇਅਰਨੈਸ ਆਉਣ ਕਰਕੇ ਥੋੜ੍ਹਾ ਜਿਹਾ ਸਾਡਾ ਹੋਰ ਰੁਝਾਨ ਇਹਦੇ ਵਿੱਚ ਵਧਣ ਕਰਕੇ ਅਸੀਂ ਥੋੜ੍ਹਾ ਜਿਹਾ ਇਹਦੇ ਬਾਰੇ ਖਿਆਲ ਰੱਖਦੇ ਹਾਂ। ਪਰ ਇਹ ਹਰ ਵਾਰੀ ਜਦੋਂ ਵੀ ਕੋਈ ਕਾਨੂੰਨ ਬਣਦਾ ਹੈ ਇਹ ਚੀਜ਼ ਪੁੱਛੀ ਜਾਂਦੀ ਆ, ਇਹ ਚੀਜ਼ ਮੰਗੀ ਜਾਂਦੀ ਆ ਲੋਕਾਂ ਕੋਲੋਂ। ਸੋ ਇਹ ਜਿਹੜੇ 3 ਤਰੀਕੇ ਜਿਹੜੇ ਆ, ਇਹ 4 ਤਰੀਕੇ ਜਿਹੜੇ ਆ ਹੈਗੇ ਆ ਉਹਨਾਂ ਦਾ ਜਵਾਬ ਦੇਣ ਦਾ, ਉਹਨਾਂ ਨੂੰ ਕਮੈਂਟ ਭੇਜਣ ਦਾ। ਜਿਹੜਾ ਫੈਡਰਲ ਰੂਲ ਜਿਹੜੀ ਉਹਨਾਂ ਦੀ regulations.gov ਜਿਹੜੀ ਸਾਈਟ ਹੈਗੀ ਆ ਉਹਦੇ ਤੇ ਜਾ ਕੇ ਕਮੈਂਟਸ ਕੀਤੇ ਜਾ ਸਕਦੇ ਆ। ਦੂਸਰਾ ਜਿਹੜਾ ਹੈਗਾ ਉਹਨਾਂ ਨੂੰ ਮੇਲ ਦੇ ਵਿੱਚ ਲਿਖ ਕੇ, ਚਿੱਠੀ ਪੱਤਰ ਇੰਗਲਿਸ਼ ਦੇ ਵਿੱਚ ਲਿਖ ਕੇ ਉਹਨਾਂ ਨੂੰ ਮੇਲ ਕੀਤਾ ਜਾ ਸਕਦਾ ਵਾਸ਼ਿੰਗਟਨ DC ਨੂੰ। ਹੈਂਡ ਡਿਲੀਵਰੀ ਜਾਂ ਕੋਰੀਅਰ ਜਿਹੜਾ ਉਹ ਭੇਜਿਆ ਜਾ ਸਕਦਾ ਤੇ ਜਾਂ ਫੈਕਸ ਕੀਤੀ ਜਾ ਸਕਦੀ ਆ। ਸੋ ਇਹ 4 ਤਰੀਕੇ ਹੈਗੇ ਆ ਉਹਨਾਂ ਨੂੰ ਕਮੈਂਟਸ ਭੇਜਣ ਦੇ। ਮੇਕ ਸ਼ੋਰ ਫੋਨ ਕਾਲ ਨਹੀਂ ਐਕਸੈਪਟ ਹੁੰਦੀਆਂ ਇਸ ਮਾਮਲੇ ਦੇ ਵਿੱਚ। ਸੋ ਫੋਨ ਕਾਲ ਨਹੀਂ ਕਰਨੀ ਕਿਸੇ ਨੇ, ਉਹਨਾਂ ਨੂੰ ਜੇ ਕੋਈ ਨੰਬਰ ਕਿਸੇ ਕੋਲ ਅਵੇਲੇਬਲ ਹੈਗਾ ਉਸ 'ਤੇ ਪਲੀਜ਼ ਫੋਨ ਕਾਲ ਨਹੀਂ ਕਰਨੀ। ਸੋ ਹੁਣ ਮੈਂ ਗੱਲ ਕਰੂੰਗਾ ਕਿ 4 ਕਿਹੜੇ ਜਿਹੜੇ ਰੂਲ ਮੇਕਿੰਗ ਆ ਉਹ ਉਹਨਾਂ ਦੇ ਉੱਤੇ ਉਹ ਸਲਾਹ ਮੰਗ ਰਹੇ ਤੁਹਾਡੀ ਜਾਂ ਉਹਨਾਂ ਦੇ ਉੱਤੇ ਕਮੈਂਟਸ ਮੰਗ ਰਹੇ ਆ। ਇੱਕ ਹੈਗਾ ਸ਼ਾਰਟ ਹਾਲ ਆਪਰੇਸ਼ਨ। ਜਿਹੜੇ ਸ਼ਾਰਟ ਹਾਲ ਆਪਰੇਸ਼ਨ ਆ ਇਸ ਵੇਲੇ ਉਹਨਾਂ ਦੇ ਵਿੱਚ 12 ਘੰਟੇ ਦੀ ਔਨ ਡਿਊਟੀ ਟਾਈਮ ਹੈਗਾ ਇਸ ਵੇਲੇ, ਜਦ ਕਿ ਜਿਹੜਾ ਸਾਡੇ ਲੌਂਗ ਹਾਲ ਹੈਗਾ ਉਹਦੇ 'ਚ 14 ਘੰਟੇ ਦੀ ਵਿੰਡੋ ਹੈਗੀ ਆ, ਜਿਸ 'ਚ 11 ਡਰਾਈਵਿੰਗ ਆ ਤੇ 3 ਘੰਟੇ ਦੀ ਤੁਹਾਡੀ ਔਨ ਡਿਊਟੀ ਹੈਗੀ ਆ। ਉਹ ਹੁਣ ਪ੍ਰਪੋਜ਼ ਕਰ ਰਹੇ ਆ ਕਿ 12 ਘੰਟੇ ਤੋਂ ਜਿਹੜੇ ਸ਼ਾਰਟ ਹਾਲ ਆ, ਜਿਹੜੇ 100 ਜਿਹੜੇ ਮੀਲ ਦੇ ਵਿੱਚ ਆ, 에ਅਰ ਮਾਈਲ ਦੇ ਵਿੱਚ ਰਹਿੰਦੇ ਆ ਲੋਕਲ ਡਰਾਈਵਰ ਆ, ਉਹਨਾਂ ਦਾ ਜਿਹੜਾ ਔਨ ਡਿਊਟੀ ਦਿਨ ਹੈਗਾ ਉਹ ਲੌਂਗ ਹਾਲ ਦੀ ਤਰ੍ਹਾਂ ਵਧਾ ਕੇ 14 ਘੰਟੇ ਕਰਤਾ ਜਾਵੇ। ਸੋ 2 ਘੰਟੇ ਉਹਦੇ 'ਚ ਐਡ ਕਰਨਾ ਚਾਹੁੰਦੇ ਆ। ਸੋ ਇੱਕ ਤਾਂ ਇਹ ਚੀਜ਼ ਉਹਨਾਂ ਨੇ ਕਮੈਂਟਸ ਮੰਗੇ ਆ। ਸੋ ਜਿਹੜੇ ਸ਼ਾਰਟ ਹਾਲ ਦੇ ਡਰਾਈਵਰ ਹੈਗੇ ਆ, ਸ਼ਾਰਟ ਹਾਲ ਦੀ ਕੰਪਨੀਆਂ ਹੈਗੀਆਂ, ਉਹ ਪਲੀਜ਼ ਕੋਸ਼ਿਸ਼ ਕਰਕੇ ਆਪਣੇ ਡਰਾਈਵਰਾਂ ਕੋਲੋਂ, ਆਪਣੇ ਡਿਸਪੈਚਰਾਂ ਕੋਲੋਂ, ਹਰ ਇੱਕ ਕੋਲੋਂ ਇਹਦੇ ਉੱਤੇ ਕਮੈਂਟਸ ਕਰਵਾ ਕੇ ਇਹ ਸਾਰੀਆਂ ਜਿਹੜੀਆਂ ਤਰੀਕੇ ਮੈਂ ਦੱਸੇ ਉਹਦੇ ਥਰੂ ਉਹ ਤੁਸੀਂ ਉਹਨਾਂ ਨੂੰ ਕਮੈਂਟ ਭੇਜੋ। ਜਿਹੜਾ ਨੈਕਸਟ ਹੈਗਾ ਜੀ, ਇਹ ਬਹੁਤ ਇੰਪੋਰਟੈਂਟ ਹੈਗਾ ਆਪਣੇ ਲੌਂਗ ਹਾਲ ਡਰਾਈਵਰਸ ਲਈ, ਕਿ ਜਿਹਦੇ ਵਿੱਚ ਆਪਾਂ ਨੇ ਬਹੁਤ ਵਾਰੀ ਇਹ ਸੁਣਿਆ ਹੈ ਕਿ ਆਪਣੀ ਜਿਹੜੀ 14 ਆਵਰ ਵਿੰਡੋ ਆ ਉਹ ਇਨਫ ਨਹੀਂ ਹੈਗੀ। 14 ਆਵਰ ਵਿੰਡੋ ਜਿਹੜੀ ਆ ਉਹ ਥੋੜ੍ਹੀ ਆ।
ਜਾਂ ਆਪਾਂ ਬਹੁਤ ਵਾਰੀ ਇਹ ਗੱਲ ਕੀਤੀ ਜਾਂਦੀ ਹੈ ਕਿ 14 ਆਵਰ ਵਿੰਡੋ ਨੂੰ ਅਸੀਂ ਕਿਤੇ ਵੀ ਸਟਾਪ ਕਰ ਦਈਏ, ਕਿਤੇ ਵੀ 2 ਘੰਟੇ ਲਈ 3 ਘੰਟੇ ਲਈ ਕਿਸੇ ਥਾਂ ਤੇ ਇਹਨੂੰ ਡਿਊਰਿੰਗ ਦੋਜ਼ 14 ਆਵਰ ਉਹਨਾਂ ਦੇ 14 ਘੰਟੇ ਦੇ ਦਰਮਿਆਨ ਕਿਤੇ ਵੀ ਕਲੌਕ ਨੂੰ 2 ਘੰਟੇ ਲਈ 4 ਘੰਟੇ ਲਈ ਖੜਾ ਕਰਤਾ ਜਾਵੇ। ਸੋ ਹੁਣ ਉਹਨਾਂ ਨੇ ਇਹ ਜਿਹੜਾ ਪ੍ਰਪੋਜ਼ ਕੀਤਾ ਹੈ FMCSA ਨੇ ਕਿ 14 ਘੰਟੇ ਦੇ ਵਿੱਚ ਕਿਸੇ ਟਾਈਮ ਵੀ 2 ਘੰਟੇ ਤੁਸੀਂ ਕਲੌਕ ਨੂੰ ਖੜੀ ਕਰ ਸਕਦੇ ਆ। ਉਹਦੇ ਵਿੱਚ ਮੈਂ ਇੱਕ ਸਿਨੈਰੀਓ ਤੁਹਾਨੂੰ ਇੱਕ ਦਿੰਦਾ, ਇੱਕ ਆਪਾਂ ਐਗਜ਼ਾਮਪਲ ਉਹਦਾ ਜਿਹੜਾ ਯੂਜ਼ ਕਰਦੇ ਆ ਕਿ ਮੰਨ ਲਓ ਤੁਸੀਂ LA ਦੇ ਵਿੱਚੋਂ ਟ੍ਰੈਫਿਕ ਚੋਂ ਲੰਘਣਾ ਹੈਗਾ ਜਾਂ ਸਿਆਟਲ ਚੋਂ ਟ੍ਰੈਫਿਕ ਚੋਂ ਲੰਘਣਾ ਹੈਗਾ। ਸੋ ਤੁਸੀਂ ਐਨ ਮੌਕੇ ਤੇ ਆਪਣਾ ਟ੍ਰੈਫਿਕ ਟਾਈਮ ਤੇ ਤੁਸੀਂ LA ਦੇ ਮਤਲਬ ਕਿ ਬਾਰ-ਬਾਰ ਪਹੁੰਚ ਜਾਂਦੇ ਆ, ਤੁਹਾਨੂੰ ਪਤਾ ਅਗਲੇ ਆਉਣ ਵਾਲੇ 2 ਘੰਟਿਆਂ ਦੇ ਵਿੱਚ LA ਦੇ ਵਿੱਚ ਟ੍ਰੈਫਿਕ ਹੈਗਾ ਆ, ਜਾਂ ਤੁਹਾਡੀ ਐਡਵਰਸ ਕੋਈ ਤੁਹਾਡੀ ਵੈਦਰ ਕੰਡੀਸ਼ਨ ਖਰਾਬ ਹੋ ਗਈ ਆ, ਜਾਂ ਸਨੋ ਪੈ ਗਈ ਆ, ਜਾਂ ਰੋਡ ਬੰਦ ਹੋ ਗਿਆ, ਐਕਸੀਡੈਂਟ ਹੋ ਗਿਆ, ਕੁਛ ਵੀ ਹੋ ਗਿਆ। ਸੋ ਤੁਸੀਂ ਉਸ ਮੌਕੇ ਦੇ ਉੱਤੇ ਉਹ 2 ਘੰਟੇ ਦੀ ਵਿੰਡੋ ਜਿਹੜੀ ਆ ਉਹ ਯੂਜ਼ ਕਰ ਸਕਦੇ ਆ ਕਿ ਤੁਸੀਂ ਉਸ 2 ਘੰਟੇ 'ਚ ਆਫ ਡਿਊਟੀ ਜਾ ਕੇ ਟਰੱਕ ਖੜਾ ਕਰਕੇ ਆਪਣਾ ਰੈਸਟ ਕਰ ਲਓ, ਕੁਛ ਵੀ ਕਰ ਲਓ, ਤੇ ਆਫਟਰ 2 ਆਵਰਸ ਤੁਸੀਂ ਉਹ ਦੁਬਾਰਾ ਆਪਣੇ 14 ਘੰਟੇ ਤੋਂ ਫਿਰ ਸ਼ੁਰੂ ਹੋ ਜਾਓ। ਉਹ ਜਿਹੜੇ 2 ਘੰਟੇ ਆ ਉਹ ਤੁਹਾਡੇ ਬੇਸਿਕਲੀ 16 ਘੰਟੇ ਦਾ ਦਿਨ ਬਣ ਜਾਊਗਾ ਇੰਸਟੈਡ ਆਫ 14 ਘੰਟੇ। ਸੋ ਉਹ ਇੱਕ ਜਿਹੜੀ ਚੀਜ਼ ਆ ਉਹਦੇ ਵਿੱਚ ਅਸੀਂ ਕਮੈਂਟ ਇਹ ਵੀ ਕਰ ਸਕਦੇ ਹਾਂ ਕਿ ਸਾਨੂੰ 2 ਦੀ ਥਾਂ ਤੇ 3 ਘੰਟੇ ਦਿੱਤੇ ਜਾਣ। ਸੋ ਐਟਲੀਸਟ 2 ਤਾਂ ਉਹਨਾਂ ਨੇ ਪ੍ਰਪੋਜ਼ ਕੀਤੇ ਆ ਜੀ, ਅਸੀਂ 3 ਵਾਸਤੇ ਕਵਾਂਗੇ, ਹੋ ਸਕਦਾ ਸਾਨੂੰ 3 ਵੀ ਹੋ ਜਾਣ ਕਿਉਂਕਿ ਜ਼ਿਆਦਾ ਕਮੈਂਟਸ 3 ਵਾਸਤੇ ਜਾਣਗੇ, 3 ਵੀ ਹੋ ਸਕਦੇ। ਸੋ ਇਹ ਇੱਕ ਜਿਹੜਾ ਆਰਗੂਮੈਂਟ ਸੀਗੀ ਕਿ ਜਿਹੜੇ ਆਪਣੇ ਲੌਂਗ ਹਾਲ ਡਰਾਈਵਰ ਹੈਗੇ ਆ ਕਿ ਅਸੀਂ ਡਰਾਈਵਰ ਜਿਹੜੀ ਆ ਡਰਾਈਵਿੰਗ ਐਡਵਰਸ ਡਰਾਈਵਿੰਗ ਕੰਡੀਸ਼ਨਜ਼ ਆ ਉਹਦੇ ਵਿੱਚ ਫਸ ਜਾਂਦੇ ਆ, ਜਾਂ ਅਸੀਂ ਸਨੋ ਦੇ ਵਿੱਚ ਫਸ ਗਏ, ਫੌਗ ਹੋ ਗਈ, ਐਕਸੀਡੈਂਟ ਹੋ ਗਿਆ, ਕੁਛ ਵੀ ਅਨਯੂਜੂਅਲ ਰੋਡ ਟ੍ਰੈਫਿਕ ਕੰਡੀਸ਼ਨਜ਼ ਹੋ ਗਈਆਂ ਤੁਹਾਡੀਆਂ, ਤੇ ਉਹਦੇ ਵਿੱਚ ਤੁਸੀਂ ਇਹਨੂੰ ਕਿਵੇਂ ਮਤਲਬ ਕਿ ਰੋਕ ਸਕਦੇ ਆ। ਸੋ ਇਹ ਇੱਕ ਜਿਹੜਾ ਨੰਬਰ 2 ਜਿਹੜਾ ਲਾਅ ਉਹਨਾਂ ਨੇ ਜਿਹੜੇ ਚੇਂਜਿਸ ਆ ਉਹ ਪ੍ਰਪੋਜ਼ ਕੀਤੀਆਂ, ਜਿਹਦੇ ਤੇ ਕਿ ਉਹ ਸਾਡਾ ਜਿਹੜਾ ਵਿਚਾਰ ਮੰਗ ਰਿਹਾ। ਸੋ ਮੈਂ ਅਗੇਨ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਦੇ ਉੱਤੇ ਤੁਸੀਂ ਆਪਣਾ ਵੱਧ ਤੋਂ ਵੱਧ ਜਿਹੜੇ ਕਮੈਂਟਸ ਆ ਭੇਜੋ। ਉਸ ਤੋਂ ਅਗਲਾ ਜਿਹੜਾ ਹੈਗਾ ਜੀ ਉਹ ਹੈਗਾ 8 ਘੰਟੇ ਦੀ ਡਰਾਈਵ ਤੋਂ ਬਾਅਦ 30 ਮਿੰਟ ਦੀ ਬ੍ਰੇਕ। ਸੋ ਉਹ ਕਹਿ ਰਿਹਾ ਕਿ ਇਸ ਵੇਲੇ ਉਹਨਾਂ ਨੇ ਇਹ ਪ੍ਰਪੋਜ਼ ਕੀਤਾ ਕਿ 30 ਮਿੰਟ ਦੀ ਬ੍ਰੇਕ ਜਿਹੜੀ ਹੈ ਖਤਮ ਕੀਤੀ ਜਾਵੇ। ਡਰਾਈਵਰ ਜਿਹੜਾ ਹੈ ਉਹ ਚਾਹੇ 4 ਘੰਟੇ ਬਾਅਦ 15 ਮਿੰਟ ਦੀ ਬ੍ਰੇਕ ਲੈ ਲੇ, 3 ਘੰਟੇ ਬਾਅਦ 15 ਲੈ ਲੇ, ਬਾਕੀ 15 ਦੀ ਫਿਰ ਲੈ ਲੇ, 8 ਘੰਟਿਆਂ ਦੇ ਵਿੱਚ ਉਹਦੀ ਅੱਧੇ ਘੰਟੇ ਦੀ ਬ੍ਰੇਕ ਜਦੋਂ ਮਰਜ਼ੀ ਲਵੇ ਪਰ ਲੈ ਲਵੇ। ਹੁਣ ਇਹ ਆ ਕਿ 8 ਘੰਟੇ ਤੋਂ ਬਾਅਦ ਅੱਧੇ ਘੰਟੇ ਦੀ ਬ੍ਰੇਕ ਕੰਪਲਸਰੀ ਆ, ਲੈਣੀ ਪੈਣੀ ਆ। ਅੱਧਾ ਘੰਟਾ ਫੁੱਲ ਤੁਹਾਡੀ ਬ੍ਰੇਕ ਚਾਹੀਦੀ ਆ ਤੇ ਲਾਅ ਦੇ ਮੁਤਾਬਿਕ। ਸੋ ਇਹ ਜਿਹੜੀ ਇੱਕ 30 ਮਿੰਟ ਬ੍ਰੇਕ ਦਾ ਵੀ ਇਸ਼ੂ ਬਹੁਤ ਵੱਡਾ ਸੀਗਾ ਕਿਉਂਕਿ ਬਹੁਤ ਜਣਿਆਂ ਨੂੰ ਇਹ ਕਈ ਵਾਰੀ ਤੁਸੀਂ ਉੱਧਰ ਤੁਹਾਡਾ ਲੋੜ ਦੇ ਲਾਗੇ ਪਹੁੰਚੇ ਹੁੰਦੇ ਆ, ਉੱਧਰ ਤੁਹਾਡੀ ਅਪਾਇੰਟਮੈਂਟ ਹੁੰਦੀ ਆ ਤੇ ਉੱਧਰ 8 ਘੰਟੇ ਦੀ ਸੂਈ ਖੜਕ ਗਈ ਤੇ 8 ਘੰਟੇ ਬਾਅਦ ਤੁਹਾਨੂੰ ਆਫ ਅੱਧੇ ਘੰਟੇ ਦੀ ਜਿਹੜੀ ਆ ਉਹ ਜ਼ਰੂਰੀ ਹੋ ਜਾਂਦੀ ਆ ਔਰ ਤੁਸੀਂ ਕਈ ਵਾਰੀ ਅਪਾਇੰਟਮੈਂਟ ਤੋਂ ਲੇਟ ਹੋ ਜਾਂਦੇ ਆ। ਸੋ ਇਹ ਵੀ ਜਿਹੜੀ 30 ਮਿੰਟ ਦੀ ਬ੍ਰੇਕ ਆ ਇਹ ਖਤਮ ਕਰਨ ਦੀ ਗੱਲ ਜਿਹੜੀ ਕੀਤੀ ਗਈ ਹੈ ਔਰ ਇਹਦੇ ਤੇ ਵੀ ਆਪਾਂ ਨੂੰ ਜਿਹੜਾ ਆ ਕਮੈਂਟਸ ਜਿਹੜੇ ਆ ਜ਼ਰੂਰ ਇਸ ਸਿਚੁਏਸ਼ਨ ਦੇ ਵੀ ਦੇਣੇ ਚਾਹੀਦੇ ਆ। ਤੇ ਚੌਥੀ ਤੇ ਲਾਸਟ ਜਿਹੜੀ ਹੈਗੀ ਆ ਉਹ ਵੀ ਇੱਕ ਬਹੁਤ ਇੰਪੋਰਟੈਂਟ ਜਿਹੜਾ ਰੂਲ ਮੇਕਿੰਗ ਹੈਗੀ ਆ, ਉਹ ਇੰਪੋਰਟੈਂਟ ਚੇਂਜ ਹੈਗੀ ਆ, ਉਹ ਹੈਗੀ ਆ ਜੀ ਸਲੀਪਰ ਜਿਹੜੀ ਸਪਲਿਟ ਸਲੀਪਰ ਬਰਥ ਆ ਜਿਹੜੀ ਆਪਣੀ ਹਰ ਇੱਕ ਆਪਾਂ ਆਮ ਤੌਰ ਤੇ ਸੁਣਿਆ ਕਿ 10 ਘੰਟੇ ਕੋਈ ਵੀ ਡਰਾਈਵਰ ਜਿਹੜਾ ਉਹ ਸੌ ਨਹੀਂ ਸਕਦਾ। ਸੋ 8 ਘੰਟੇ ਲਗਾਤਾਰ ਸੌਣਾ ਜਿਹੜਾ ਬਹੁਤ ਔਖਾ ਆ, 10 ਘੰਟੇ ਸੌਣਾ ਬਹੁਤ ਔਖਾ ਆ। ਸੋ ਉਹ 10 ਘੰਟੇ ਦੀ ਸਲੀਪਰ ਬਰਥ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀ ਆ ਉਹ ਸਪਲਿਟ ਕਰ ਲਓ। ਸੋ 2-5 ਘੰਟੇ ਦੀਆਂ ਸਪਲਿਟ ਸ਼ਿਫਟ ਕਰ ਲਓ ਜਾਂ 6-4 ਦੀ ਕਰ ਲਓ ਜਾਂ ਜਿੱਦਾਂ ਵੀ ਆ। ਸੋ ਉਹ ਸਲੀਪਰ ਜਿਹੜੀ ਸਪਲਿਟ ਸ਼ਿਫਟ ਆ ਉਹਦੇ ਬਾਰੇ ਦੇ ਵਿੱਚ ਵੀ ਜਿਹੜੀ ਆ ਉਹ ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਸੀਂ 5-5 ਦੀਆਂ 2 ਸ਼ਿਫਟ ਲਾਈਕ ਕਰਦੇ ਆ ਜਾਂ 4-6 ਦੀਆਂ ਲਾਈਕ ਕਰਦੇ ਆ, ਜਾਂ ਤੁਸੀਂ ਇਹ ਲਾਈਕ ਕਰਦੇ ਕਿ ਲੈਟ ਅਸ ਡਿਸਾਈਡ ਕਿ ਸਾਨੂੰ ਡਿਸਾਈਡ ਕਰ ਲੈਣ ਦਿਓ ਵੀ ਅਸੀਂ ਚਾਹੇ 5-5 ਦੀ ਕਰੀਏ, ਚਾਹੇ 4-6 ਦੀ ਕਰੀਏ, ਚਾਹੇ 3-7 ਦੀ ਕਰੀਏ, ਤੇ ਉਹ ਸਾਡੇ ਤੇ ਛੱਡ ਦਿਓ ਪਰ ਸਾਨੂੰ ਸਪਲਿਟ ਕਰਨ ਦਾ ਜਿਹੜਾ ਮੌਕਾ ਦਿਓ ਸਾਨੂੰ। ਸਾਰਾ ਜਿਹੜਾ ਇਸ ਵੇਲੇ ਡੈਲਸ ਵੀ ਇਹ ਗੱਲ ਹੋਈ ਸੀਗੀ, ਜਿਹੜੇ ਐਡਮਿਨਿਸਟ੍ਰੇਟਰ ਆ ਆਪਣੇ ਰੇ ਮਾਰਟੀਨੇਜ਼ ਆ ਉਹਨਾਂ ਨਾਲ ਇਹ ਗੱਲ ਹੋਈ ਸੀ ਤੇ ਉਹਨਾਂ ਦਾ ਵੀ ਇਹ ਵਿਚਾਰ ਸੀਗਾ ਕਿ ਮੈਂ ਸਾਰੇ ਅਮਰੀਕਾ ਦੇ ਵਿੱਚ ਘੁੰਮ ਕੇ ਦੇਖ ਲਿਆ, ਮੈਂ ਟਰੱਕਿੰਗ ਕੰਪਨੀਆਂ ਨਾਲ ਗੱਲ ਕਰ ਲਈ ਤੇ ਹਰ ਇੱਕ ਬੰਦਾ ਜਿਹੜਾ ਆ ਇਸ ਵੇਲੇ ਉਹ ਚਾਹੁੰਦਾ ਹੈ ਕਿ ਥੋੜ੍ਹੀ ਫਲੈਕਸੀਬਿਲਿਟੀ ਹੋਵੇ, ਲਾਅ ਦੇ ਵਿੱਚ ਫਲੈਕਸੀਬਿਲਿਟੀ ਹੋਣੀ ਚਾਹੀਦੀ ਆ ਕਿਉਂਕਿ ਦੇਖੋ ਨਾ ਲਾਅ ਵੀ ਬੜਾ ਸਖਤ ਹੈਗਾ ਆ
ਤੇ ਲਾਅ ਦੇ ਸਖਤ ਹੋਣ ਦੇ ਨਾਲ ਰਿਕਾਰਡਿੰਗ ਵੀ ELD ਨਾਲ ਹੋ ਗਈ ਤੇ ਦੋਨੋਂ ਚੀਜ਼ਾਂ ਸਖਤ ਹੋ ਗਈਆਂ ਤੇ ਸਖਤ ਹੋਣ ਦੇ ਨਾਲ ਆਪਣੇ ਸਾਰਿਆਂ ਨੂੰ ਬੜੀ ਪ੍ਰੋਬਲਮ ਆ ਰਹੀ ਸੀਗੀ। ਸੋ ਹੁਣ ਉਹ ਕਹਿੰਦੇ ਵੀ ਚਲੋ ਜੇ ਆਪਾਂ ਲੌਗਿੰਗ ਜਿਹੜੀ ਇਲੈਕਟ੍ਰੋਨਿਕ ਕਰਤੀ ਆ ਪਰ ਆਪਾਂ ਨੂੰ ਲਾਅ ਦੇ ਵਿੱਚ ਥੋੜ੍ਹੀ ਜਿਹੀ ਰਿਆਇਤ ਦੇਣੀ ਚਾਹੀਦੀ, ਥੋੜ੍ਹੀ ਜਿਹੀ ਫਲੈਕਸੀਬਿਲਿਟੀ ਲਿਆਉਣੀ ਚਾਹੀਦੀ ਆ। ਸੋ ਇਹ ਉਹਨਾਂ ਨੇ ਵੀ ਇਹ ਗੱਲ ਮੰਨੀ ਕਿ ਫਲੈਕਸੀਬਿਲਿਟੀ ਚਾਹੀਦੀ ਆ, ਫਲੈਕਸੀਬਿਲਿਟੀ ਤੋਂ ਬਿਨਾਂ ਇਹ ਪ੍ਰੋਬਲਮ ਆਊਗੀ ਬਹੁਤ ਜ਼ਿਆਦਾ। ਸੋ ਪਰ ਹੁਣ ਮੌਕਾ ਆ ਸਾਡੇ ਕੋਲ ਕਿ ਅਸੀਂ ਕਾਮੈਂਟਸ ਕਰੀਏ, ਜਿੰਨੇ ਵੱਧ ਤੋਂ ਵੱਧ ਕਾਮੈਂਟਸ ਕਰ ਸਕਦੇ ਹਾਂ। ਸਾਡੀ ਸਾਈਟ ਦੇ ਉੱਤੇ ਪੰਜਾਬੀ ਟਰੱਕਿੰਗ ਮੈਗਜ਼ੀਨ ਦੀ ਸਾਈਟ ਦੇ ਉੱਤੇ ਪੂਰਾ ਦਾ ਪੂਰਾ ਆਰਟੀਕਲ ਲਿਖਿਆ ਆ ਇਹਦੇ ਬਾਰੇ 'ਚ ਕਿ ਕਿਵੇਂ ਤੁਸੀਂ ਰਿਸਪੌਂਡ ਕਰਨਾ ਆ, ਕਿਹੜੇ ਤਰੀਕੇ ਨਾਲ ਐਡਰੈਸਿਸ ਸਾਰੇ ਦਿੱਤੇ ਆ, ਫੈਕਸ ਨੰਬਰ ਦਿੱਤਾ ਆ, ਕੋਰੀਅਰ ਐਡਰੈਸ ਦਿੱਤਾ ਆ, ਸਾਰਾ ਕੁਛ ਅਸੀਂ ਉੱਤੇ ਦੱਸਿਆ ਹੋਇਆ। ਸੋ ਪਲੀਜ਼ ਪੰਜਾਬੀ ਟਰੱਕਿੰਗ USA.com 'ਤੇ ਜਾ ਕੇ ਤੇ ਇਹ ਜਿਹੜੇ ਆ ਕਾਮੈਂਟਸ ਆ ਇਹ ਜ਼ਰੂਰ ਕਰੋ। ਜੀ ਬਿਲਕੁਲ, ਨਾਲ ਹੀ ਜਿਹੜਾ ਇਸ ਟਾਈਮ ਲਾਈਵ ਸਟਰੀਮ ਚੱਲ ਰਹੀ ਹੈ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ, ਉਹਦੇ ਹੇਠਾਂ ਮੈਂ ਜਿਹੜਾ ਔਨਲਾਈਨ ਕਮੈਂਟ ਕਰਨ ਵਾਲਾ ਲਿੰਕ ਆ ਫੈਡਰਲ ਰਜਿਸਟਰ ਦਾ ਜਿਹੜਾ ਉਹ ਪਾਇਆ ਹੋਇਆ ਆ, ਤੁਸੀਂ ਉਸ 'ਤੇ ਉੱਤੇ ਵੀ ਜਿਹੜਾ ਕਮੈਂਟ ਕਰ ਸਕਦੇ ਹੋ। ਬੜਾ ਈਜ਼ੀ ਆ, ਜੇ ਤੁਹਾਡੇ ਕੋਲ ਨਹੀਂ ਸਮਾਂ ਹੈਗਾ ਕੋਰੀਅਰ ਕਰਨ ਦਾ, ਫੈਕਸ ਕਰਨ ਦਾ, ਅਤੇ ਔਨਲਾਈਨ ਤਾਂ ਸਾਰੇ ਜਾਣੇ ਰਹਿੰਦੇ ਹੀ ਆ ਅਤੇ ਉਹ ਤੁਸੀਂ ਜਿਹੜੇ ਈਜ਼ੀਲੀ ਜਿਹੜਾ ਕਰ ਸਕਦੇ ਹੋ ਅਤੇ ਸਬਮਿਟ ਫਾਰਮਲ ਕਮੈਂਟ ਜਿਹੜਾ ਕਰ ਸਕਦੇ ਹੋ। 23 ਦਿਨ ਜਿਹੜੇ ਰਹਿ ਗਏ ਨੇ ਕਮੈਂਟ ਪੀਰੀਅਡ ਦੇ, ਬਾਕੀ ਜਿਹੜਾ 24 ਸਤੰਬਰ ਨੂੰ ਜਿਹੜਾ ਅਖੀਰਲਾ ਤਰੀਕ ਹੋਣੀ ਆ ਇਹ ਕਮੈਂਟਸ ਜਿਹੜੇ ਆ ਕਰਨ ਦੇ ਲਈ। ਬਾਅਦ ਦੇ ਵਿੱਚ ਇਹ ਨਾ ਹੋਵੇ ਬਾਅਦ 'ਚ ਕਹੀ ਜਾਣਾ ਸਾਰਿਆਂ ਨੇ ਯਾਰ ਇੱਦਾਂ ਹੋ ਗਿਆ ਉੱਦਾਂ ਹੋ ਗਿਆ। ਹੁਣ ਤੁਹਾਡੇ ਕੋਲ ਮੌਕਾ ਆ, ਤੁਸੀਂ ਆਪਣੇ ਵਿਚਾਰ ਜਿਹੜੇ ਉੱਥੇ ਕਰੋ। ਇਹ ਜਿਹੜੇ ਤੁਹਾਡੇ ਜਿਹੜੇ ਕਮੈਂਟਸ ਆ ਇਹ ਤੁਹਾਡੇ ਲੀਗਲੀ ਜਿਹੜੇ ਉਹ ਸਾਰੇ ਉਹਨਾਂ ਨੂੰ ਪੜ੍ਹਨੇ ਪੈਣੇ ਆ ਅਤੇ ਉਹਦੇ ਵਿੱਚ ਉਹਨਾਂ ਨੇ ਦੇਖਣਾ ਪੈਣਾ ਆ ਵੀ ਕਿਹੜੀ ਚੀਜ਼ ਦੇ ਹੱਕ ਦੇ ਵਿੱਚ ਕੌਣ ਸੀ, ਕਿਹੜਾ ਕਿਸ ਚੀਜ਼ ਦੇ ਅਗੇਂਸਟ ਸੀਗਾ। ਸੋ ਬਾਅਦ ਦੇ ਵਿੱਚ ਇਹ ਨਾ ਹੋਵੇ ਤੁਹਾਡੇ ਵਾਸਤੇ ਕੋਈ ਹੋਰ ਜਾਣੇ ਜਿਹੜੇ ਰੂਲ ਜਾਂ ਕਮੈਂਟ ਕਰਕੇ ਇੱਕ ਹਿਸਾਬ ਦੇ ਨਾਲ ਰੂਲ ਉੱਦਾਂ ਦਾ ਬਣਵਾ ਜਾਣ। ਸੋ ਜਿਹੜੀ ਚੀਜ਼ ਤੁਸੀਂ ਚਾਹੁੰਦੇ ਆ ਉਹ ਤੁਹਾਨੂੰ ਖੁਦ ਜਿਹੜੀ ਹੁਣ ਉਹ ਕਹਿਣੀ ਪੈਣੀ ਆ। ਜਿੱਦਾਂ ਰਮਨ ਜੀ ਨੇ ਦੱਸਿਆ, ਜੇ ਫੈਕਸ ਕਰਨਾ ਫੈਕਸ ਕਰਿਓ, ਕੋਰੀਅਰ ਕਰਨਾ ਕੋਰੀਅਰ ਕਰੋ, ਚਿੱਠੀ ਪਾਉਣੀ ਚਿੱਠੀ ਪਾਓ, ਅਤੇ ਜਾਂ ਸਭ ਤੋਂ ਈਜ਼ੀ ਜਿਹੜਾ ਕੰਮ ਹੈਗਾ ਜਿਹੜਾ ਅੱਜ ਕੱਲ੍ਹ ਔਨਲਾਈਨ ਤੁਸੀਂ ਜਿਹੜਾ ਕਮੈਂਟ ਕਰ ਸਕਦੇ ਆ, ਫੈਡਰਲ ਰਜਿਸਟਰ ਜਿਹੜਾ ਆ ਉਹਦਾ ਲਿੰਕ ਜਿਹੜਾ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਜਿਹੜੀ ਇਸ ਟਾਈਮ ਲਾਈਵ ਚੱਲ ਰਹੀ ਉਸ 'ਤੇ ਮੈਂ ਕਮੈਂਟ ਨੂੰ ਉਹਨੂੰ ਪਿੰਨ ਕਰਤਾ ਆ। ਤੁਸੀਂ ਉੱਤੇ ਜਾ ਕੇ ਕਲਿੱਕ ਕਰਕੇ ਜਿਹੜਾ ਆ ਉੱਥੇ ਤੁਸੀਂ ਕਮੈਂਟ ਕਰ ਸਕਦੇ ਹੋ। ਅਤੇ ਰਮਨ ਜੀ ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਅਤੇ ਫਿਰ ਜਿਹੜੇ ਸਰੋਤੇ ਕਾਲ ਕਰ ਰਹੇ ਆਪਾਂ ਉਹਨਾਂ ਦੇ ਵੀ ਗੱਲਾਂ ਜਿਹੜੀਆਂ ਸੁਣਦੇ ਹਾਂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਜ਼। ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਜ਼, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਜ਼ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਜ਼ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094।
हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨ ਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਰੈਬਲ ਐਂਟਰਟੇਨਮੈਂਟ ਗਰੁੱਪ ਪਾਵਰਡ ਬਾਈ ਪੀਟਸ ਰੈਸਟੋਰੈਂਟ ਐਂਡ ਬਰੂ ਹਾਊਸ ਪੇਸ਼ ਕਰਦੇ ਨੇ ਜਸਟ ਕਵਾਲੀ, ਜਿੱਥੇ ਪਹੁੰਚ ਰਹੇ ਹਨ ਉਸਤਾਦ ਰਾਹਤ ਫਤਿਹ ਅਲੀ ਖਾਨ। ਸਤੰਬਰ 7 2018 ਸ਼ਾਮੀ 8 ਵਜੇ ਸੈਕਰਾਮੈਂਟੋ ਕਮਿਊਨਿਟੀ ਸੈਂਟਰ ਵਿਖੇ। ਟਿਕਟਾਂ $29 ਤੋਂ ਸ਼ੁਰੂ। tickets.com ਤੋਂ ਤੁਸੀਂ ਟਿਕਟਾਂ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸੰਜੀਵ ਮਸੀਹ 916 444 4448, ਜਤਿੰਦਰ ਮਾਨ 917 775 4422, ਰਾਜ 916 687 1378, ਜਤਿੰਦਰ ਸਿੰਘ ਜੋਗੀ 916 873 4455। ਐਸੋਸੀਏਟ ਸਪਾਂਸਰ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ। ਚੀਫ ਗੈਸਟ ਅਮਰੀਕਨ ਰਿਵਰ ਆਰਵੀਜ਼। ਗ੍ਰੈਂਡ ਸਪਾਂਸਰ ਇੰਡੀਆ ਓਵਨ, ਵਾਈਟ ਲੋਟਸ। ਪਲੈਟੀਨਮ ਸਪਾਂਸਰ ਰਹਿਮਾਨ ਫੈਮਿਲੀ ਫਾਰਮ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸੇ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ। ਜੀ ਆਇਆਂ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ 'ਚ ਇੱਕ ਵਾਰੀ ਫਿਰ ਸਵਾਗਤ ਹੈ। ਰਮਨ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸੋਤਿਓ ਆਪਣੇ ਨਾਲ ਇਸ ਟਾਈਮ ਰਮਨ ਜੀ ਆਪਣੇ ਨਾਲ ਜਿਹੜੇ ਕੁਛ ਕਾਲਰ ਜੁੜੇ ਨੇ ਉਹ ਜਿਹੜੇ ਸਵਾਲ ਪੁੱਛਣਾ ਚਾਹੁੰਦੇ ਟਰੈਕਿੰਗ ਨਾਲ ਸੰਬੰਧਿਤ ਆ ਉਹ ਵਾਰੀ ਸਾਨੂੰ ਉਹਨਾਂ ਨਾਲ ਗੱਲ ਕਰਦੇ ਹਾਂ। ਅਭੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਅਭੀ ਬੋਲਣਾ ਜੀ। ਭਾਜੀ ਰਮਨ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਬਾਕੀ ਸਾਨੂੰ ਬੜੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਮੈਂ ਸਾਰਿਆਂ ਨੂੰ ਆਪਣੇ ਰਾਹੀਂ ਇਹ ਕਹਿਣਾ ਚਾਹੁੰਦਾ ਹਾਂ ਕਿ ਪਹਿਲਾਂ ਤਾਂ ਨਾ ਸਾਰੇ ਨੇ ਆਪਾਂ, ਚਾਹੇ ਉਹ ਕੋਈ ਸਿੰਗਲ ਹੈਗਾ ਓਨਰ ਆਪਰੇਟਰ ਆ, ਚਾਹੇ ਉਹਦੀ ਫਲੀਟ ਹੈ, ਚਾਹੇ ਕੋਈ ਵੀ ਇਸ ਫੀਲਡ ਵਿੱਚ ਹੈਗਾ, ਉਹ ਪਹਿਲਾਂ ਤਾਂ GoNAFTA.org ਇਹਨੂੰ ਜੁਆਇਨ ਕਰੋ। ਠੀਕ ਹੈ ਜੀ, ਕਿਉਂਕਿ ਇਹਨੂੰ ਜੁਆਇਨ ਕਰਨਾ ਬਹੁਤ ਜ਼ਰੂਰੀ ਹੈ। ਜਿੰਨੀ ਇਹ ਸਟਰੋਂਗ ਹੋਊਗੀ ਉਨੀ ਸਾਡੀ ਆਵਾਜ਼ ਜ਼ਿਆਦਾ ਸੁਣੀ ਜਾਊਗੀ। ਠੀਕ ਹੈ ਜੀ, ਕਿਉਂਕਿ ਸਾਨੂੰ ਇਹਦੇ ਜੁਆਇਨ ਆਪਾਂ ਤਾਂ ਆਪਣੀ ਕਮਿਊਨਿਟੀ ਨੂੰ ਕਰਨਾ ਹੀ ਕਰਨਾ ਜੁਆਇਨ। ਪਲੱਸ ਸਾਨੂੰ ਨਾ ਮੈਕਸੀਕਨ ਹੋ ਗਏ ਜਾਂ ਰਸ਼ੀਅਨ ਹੋ ਗਏ, ਇਸ ਤੋਂ ਇਲਾਵਾ ਅਲੱਗ ਕਮਿਊਨਿਟੀ ਹੈਗੀ, ਕੋਈ ਵੀ ਤੁਹਾਡੀ ਆਉਂਦਾ ਕਿਸੇ ਦੇ ਕਮਿਊਨੀਕੇਸ਼ਨ ਹੁੰਦੀ ਹੈ ਜਾਂ ਕਿਸੇ ਨੂੰ ਕੋਈ ਮਿਲਦਾ, ਹਾਂਜੀ ਕੰਟੈਕਟ ਚਾਹੁੰਦਾ, ਉਹਨੂੰ ਵੀ ਇਸ ਪਲੇਟਫਾਰਮ 'ਤੇ ਲਿਆਉਣਾ ਚਾਹੀਦਾ ਸਾਨੂੰ। ਕਿਉਂਕਿ ਅਗਰ ਅਸੀਂ ਚਾਹੁੰਦੇ ਹਾਂ ਸਾਨੂੰ ਫਾਇਦਾ ਹੋਵੇ, ਫਾਇਦਾ ਚਾਹੀਦਾ ਹੈ, ਤਾਂ ਸਾਨੂੰ ਸਾਰਿਆਂ ਨੂੰ ਇੱਕ ਕਾਮਨ ਪਲੇਟਫਾਰਮ 'ਤੇ ਆਉਣਾ ਜ਼ਰੂਰੀ ਹੈ ਇਸ ਚੀਜ਼ ਦੇ ਵਿੱਚ, ਤਾਂ ਹੀ ਅਸੀਂ ਸਕਸੈਸਫੁਲ ਹੋਣਾ ਇਸ ਚੀਜ਼ ਦੇ ਵਿੱਚ। ਇਹ ਸਾਰਿਆਂ ਨੇ ਖਿਆਲ, ਚਾਹੇ ਕੋਈ ਜੇ ਕੋਈ ਬੰਦਾ ਅੱਜ ਦੀ ਤਰੀਕ ਵਿੱਚ ਇੱਦਾਂ ਹਾਲਾਤ ਹੋ ਗਏ ਆ ਵੀ ਚਲੋ ਕਈ ਵਾਰ ਬਿਜ਼ਨਸ ਤੇਜ਼ ਹੁੰਦਾ ਤਾਂ ਪੈਸੇ ਜ਼ਿਆਦਾ ਬਣਦੇ ਆ, ਤੇ ਹੁਣ ਅੱਜ ਕੱਲ੍ਹ ਦੇਖਿਆ ਵੀ ਮਾਰਕੀਟ ਰੇਟ ਡਾਊਨ ਹੋ ਗਿਆ, ਥੋੜ੍ਹਾ ਜਿਹਾ ਗਾਂਹ ਜਾ ਕੇ ਹੋਰ ਹੋ ਗਿਆ। ਕੈਲੀਫੋਰਨੀਆ ਦੀ ਖਾਸ ਕਰਕੇ ਮਾਰਕੀਟ ਜ਼ਿਆਦਾ ਹੀ ਡਾਊਨ ਕਰ ਦਿੰਦੇ ਆ। ਠੀਕ ਹੈ, ਬ੍ਰੋਕਰ ਕਿਉਂਕਿ ਇਹਨਾਂ ਦੀ ਐਸੋਸੀਏਸ਼ਨਾਂ ਬਣੀਆਂ ਹੋਈਆਂ, ਆਪਣੀ ਮਰਜ਼ੀ ਨਾਲ ਡਿਕਲੇਅਰ ਕਰਦੇ ਜਾ ਅਗਲੇ ਹਾਲਾਤ ਮਾੜੇ ਆ ਜਾਂਦੇ। ਠੀਕ ਹੈ, ਸੋ ਅਗਰ ਸਾਡਾ ਕਾਮਨ ਪਲੇਟਫਾਰਮ ਹੋਊਗਾ ਤਾਂ ਉਹਦੇ ਵਿੱਚ ਇਹ ਹੋਊਗਾ ਵੀ ਸਾਨੂੰ ਪਤਾ ਵੀ ਇਸ ਰੇਟ 'ਤੇ ਅਸੀਂ ਲੋਡ ਲੈਣੇ ਆ, ਜਾਂ ਮੈਂ ਚਾਹੁੰਦਾ ਵੀ ਕਿਸੇ ਨੂੰ ਨੁਕਸਾਨ ਨਾ ਹੋਵੇ, ਚਾਹੇ ਉਹ ਕੋਈ ਵੀ ਹੈਗਾ, ਕਿਸੇ ਫੀਲਡ ਵਿੱਚ ਵੀ ਹੈਗਾ, ਪਰ ਖਾਸ ਕਰਕੇ ਟਰੱਕਿੰਗ ਜਾਂ ਜਿੱਦਾਂ ਸਿੰਗਲ ਓਨਰ ਜਾਂ ਫਲੀਟ ਵਾਲੇ ਹੈਗੇ ਇਹਨਾਂ ਨੂੰ ਫਾਇਦਾ ਜ਼ਰੂਰ ਹੋਵੇ। ਠੀਕ ਹੈ, ਨਾਲ ਇਹਦੇ ਸਾਨੂੰ ਦੱਸਣਾ ਵੀ ਡਿਸਕਾਊਂਟ ਮਿਲਦਾ ਆ, ਟਾਇਰਾਂ ਦਾ ਡਿਸਕਾਊਂਟ ਮਿਲਦਾ ਜਾਂ ਫਿਊਲ ਦਾ ਡਿਸਕਾਊਂਟ ਮਿਲਦਾ, ਇਹ ਵੀ ਦੱਸਣਾ ਹੈਗਾ। ਬਾਹਰਲੀਆਂ ਕਮਿਊਨਿਟੀਆਂ ਨੂੰ ਦੱਸੋ ਵੀ ਸਾਨੂੰ ਇਸ ਚੀਜ਼ ਦਾ ਫਾਇਦਾ ਹੈਗਾ। ਬਾਕੀ ਜਿਵੇਂ ਅਸੀਂ ਇਹਨੂੰ ਸਟਰੋਂਗ ਬਣਾਵਾਂਗੇ, ਸਾਨੂੰ ਕੋਈ ਵੀ ਇਸ਼ੂ ਹੋਊਗਾ, ਸਾਡੀ ਕੋਈ ਵੀ ਪ੍ਰੋਬਲਮ ਹੋਊਗੀ, ਉਹ ਭਾਜੀ ਹੋਣੀ ਹੈਗਾ, ਇਹਨਾਂ ਨਾਲ ਮੇਰੀ ਗੱਲ ਵੀ ਹੋਈ ਸੀ ਤੇ ਸਾਨੂੰ ਉਸ ਚੀਜ਼ ਦੇ ਵਿੱਚ ਉਹ ਸਾਡੀ ਹੈਲਪ ਵੀ ਕਰਨਗੇ। ਠੀਕ ਹੈ ਜੀ, ਤੇ ਮੈਂ ਚਾਹੁੰਦਾ ਵੀ ਸਾਰੇ ਮੇਰੇ ਕੋਲ ਇਹੀ ਆ ਵੀ ਰਿਕੁਐਸਟ ਸਾਰਿਆਂ ਨੂੰ ਹੈਗੀ ਆ ਵੀ ਜੁਆਇਨ ਕਰੋ ਤਾਂ ਕਿ ਸਾਨੂੰ ਇਹਦਾ ਫਾਇਦਾ ਹੋਵੇ। ਕਿਉਂਕਿ ਹੁਣ ਅੱਜ ਕੱਲ੍ਹ ਕੰਮ ਘੱਟ ਹੁੰਦਾ ਆ, ਚਲੋ ਕਈ ਵਾਰ ਪੈਸੇ ਜ਼ਿਆਦਾ ਬਣ ਜਾਂਦੇ, ਪਰ ਸਾਨੂੰ ਚਾਹੀਦਾ ਵੀ ਲਗਾਤਾਰ ਕੰਸਿਸਟੈਂਟਲੀ ਲਗਾਤਾਰ ਸਾਨੂੰ ਪੈਸੇ ਜ਼ਿਆਦਾ ਬਣਦੇ ਰਹਿਣ, ਕੰਮ ਘੱਟ ਹੋਵੇ। ਕਿਉਂਕਿ ਲੋਡਾਂ ਦੀ ਜਿਹੜੀ ਪ੍ਰਾਈਸਿੰਗ ਆ ਜਾਂ ਕੁਛ ਵੀ ਹੈਗਾ ਸਾਨੂੰ ਹਮੇਸ਼ਾ ਫਾਇਦਾ ਹੁੰਦਾ ਰਹੇ। ਇਸ ਕਰਕੇ ਇਸ ਚੀਜ਼ ਦੇ ਉੱਤੇ ਸਾਨੂੰ ਸਾਂਝੇ ਕਾਮਨ ਪਲੇਟਫਾਰਮ 'ਤੇ ਆਉਣ ਦੀ ਜ਼ਰੂਰਤ ਹੈਗੀ ਆ। ਤੇ
ਲਾਸਟ ਵਿੱਚ ਮੇਰੀ ਨਾ ਭਾਜੀ ਉਹਨਾਂ ਨੂੰ ਵੀ ਰਿਕੁਐਸਟ ਹੈ ਕਿ ਆਪਣੇ ਪੇਜ ਦੇ ਉੱਪਰ ਨਾ ਇੱਕ ਛੋਟਾ ਜਿਹਾ ਸਾਈਡ ਤੇ ਜਿੱਦਾਂ ਕੰਟੀਨਿਊ ਚੱਲਦੀ ਰਹਿੰਦੀ ਹੁੰਦੀ ਵਿੰਡੋ, ਕੋਈ ਨਵੀਂ ਕੋਈ ਟਰੱਕਿੰਗ ਦੀ ਨਿਊਜ਼ ਆ ਗਈ ਆ ਜਾਂ ਕੋਈ ਨਵੀਂ ਟੈਕਨੋਲੋਜੀ ਆ ਗਈ ਆ, ਛੋਟਾ ਜਿਹਾ ਲਿੰਕ ਬਣਾ ਕੇ ਰੱਖਣ ਤਾਂ ਕਿ ਸਾਨੂੰ ਵੀ ਬਾਕੀ ਸਾਰਿਆਂ ਨੂੰ ਵੀ ਅਪਡੇਟ ਮਿਲਦੀ ਰਹੇ ਵੀ ਆਹ ਸਿਸਟਮ ਕਾਨੂੰਨ ਦੇ ਹਿਸਾਬ ਨਾਲ ਨਵੀਂ ਚੀਜ਼ ਆ ਰਹੀ ਹੈ ਕੋਈ ਜਾਂ ਕੋਈ ਨਵੀਂ ਟੈਕਨੋਲੋਜੀ ਆ ਗਈ। ਥੈਂਕ ਯੂ ਜੀ, ਮਿਹਰਬਾਨੀ। ਬਿਲਕੁਲ ਥੈਂਕ ਯੂ ਤੁਹਾਡਾ ਬਹੁਤ ਜਿਹੜਾ ਤੁਸੀਂ ਨਾਪਤਾ ਬਾਰੇ ਗੱਲ ਕੀਤੀ ਹੈ, ਬਹੁਤ ਥੈਂਕ ਯੂ ਤੁਹਾਡਾ। ਰੀਅਲੀ ਐਪਰੀਸ਼ੀਏਟ ਇਹੋ ਚੀਜ਼ ਅਸੀਂ ਬਾਰ ਕਹਿੰਦੇ ਹਾਂ ਹਰ ਇੱਕ ਨੂੰ ਕਿ ਜੇ ਕਰਨਾ ਜ਼ਰੂਰੀ ਆ। ਬਾਕੀ ਵੀ ਜਿੰਨੇ ਵੀ ਅਪਡੇਟਸ ਹੈਗੇ ਆ, ਜਿੰਨਾ ਵੀ ਕੋਈ ਕੋਸ਼ਿਸ਼ ਕਰਕੇ ਅਸੀਂ ਜਿਹੜੀ ਪੰਜਾਬੀ ਟਰੱਕਿੰਗ USA.com ਦੇ ਉੱਤੇ ਅਸੀਂ ਹਰ ਇੱਕ ਚੀਜ਼ ਦਾ ਜਿਹੜਾ ਅਪਡੇਟ ਆ ਉਹ ਲੈ ਕੇ ਆਈਦਾ ਆ। ਕਈ ਵਾਰੀ ਉਹ ਫੇਸਬੁੱਕ 'ਤੇ ਸ਼ੇਅਰ ਕਰ ਹੁੰਦਾ, ਕਈ ਵਾਰੀ ਨਹੀਂ ਕਰ ਹੁੰਦਾ, ਅਤੇ ਜ਼ਰੂਰ ਤੁਸੀਂ ਸਾਈਟ 'ਤੇ ਜਾ ਕੇ ਜ਼ਰੂਰ ਇੱਕ ਵਾਰੀ ਨਜ਼ਰ ਮਾਰ ਲਿਆ ਕਰੋ ਅਤੇ ਕਰੰਟ ਅਪਡੇਟਸ, ਕਰੰਟ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਕੋਸ਼ਿਸ਼ ਕਰੀਦੀ ਆਉਣ ਦੀ। ਹਾਂਜੀ ਰਾਜ ਜੀ। ਅਤੇ ਇਹੀ ਨਹੀਂ ਜਿੱਦਾਂ ਉਹਨਾਂ ਨੇ ਦੱਸਿਆ, ਕਿਉਂਕਿ ਬਹੁਤ ਸਾਰੇ ਕਈ ਵਾਰੀ ਲਾਅ ਇੱਦਾਂ ਦੇ ਜਿਹੜੇ ਉਹ ਬਣਦੇ ਆ ਜਿਨ੍ਹਾਂ ਦੇ ਚੱਲਦਿਆਂ ਬਾਅਦ ਦੇ ਵਿੱਚ ਫਿਰ ਮੁਸ਼ਕਿਲਾਂ ਆਉਂਦੀਆਂ ਆ ਜਦੋਂ ਤੁਸੀਂ ਇਕੱਲੇ ਹੁੰਦੇ ਆ। ਉਹ ਫਿਰ ਇੱਕ ਬੰਦਾ ਉਹ ਵੱਡੀਆਂ ਜਿਹੜੇ ਲਾਅਜ਼ ਦੇ ਨਾਲ ਜਿਹੜਾ ਉਹ ਸਾਹਮਣੇ ਖੜ੍ਹ ਨਹੀਂ ਸਕਦਾ। ਸੋ ਇਕੱਠੀ ਆਰਗੇਨਾਈਜੇਸ਼ਨ ਹੋਊਗੀ, ਐਸੋਸੀਏਸ਼ਨ ਹੋਊਗੀ ਤਾਂ ਇੱਕ ਕੰਬਾਈਨਡ ਐਫਰਟ ਜਿਹੜਾ ਆ ਉਹ ਉਸ ਦੇ ਵਿੱਚ ਲੱਗਦਾ ਆ। ਸੋ ਉਹ ਬਹੁਤ ਗੁੱਡ ਥਿੰਗ ਹੁੰਦੀ ਆ। ਸੋ ਜ਼ਰੂਰ ਜਿਹੜੀ ਕੋਈ ਆਪਣੇ ਬੰਦਿਆਂ ਨੇ ਹੁਣ ਐਸੋਸੀਏਸ਼ਨ ਮਿਲ ਕੇ ਬਣਾਈ ਆ, ਜ਼ਰੂਰ ਉਸ ਦੇ ਹਿੱਸਾ ਬਣੋ। ਅਗਲੇ ਆਪਣੇ ਕਾਲਰ ਆਪਣੇ ਨਾਲ ਜੁੜੇ ਨੇ ਰਾਜਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਰਾਜਾ ਜੀ। ਹਾਂਜੀ, ਮੈਂ ਰਮਨ ਜੀ ਤੋਂ ਪੁੱਛਣਾ ਚਾਹੁੰਦਾ ਵੀ ਦੱਸਣਾ ਚਾਹੁੰਦਾ ਜਿਵੇਂ ਆਪਣੇ ਸਾਰੇ ਟਰੱਕ ਡਰਾਈਵਰਾਂ ਨੂੰ ਉਹਨਾਂ ਬਾਰੇ ਦੱਸਣ ਵੀ ਮੈਂ ਦੇਖਿਆ ਵੀ ਇੱਥੇ USA, ਮੈਂ ਕੋਈ ਕਮਿਊਨਿਟੀ ਬਦਨਾਮ ਨਹੀਂ ਕਰਦਾ, ਆਪਣੇ ਵੈਸੇ ਕਾਫੀ ਕੈਨੇਡਾ ਵਾਲੇ ਵੀ USA ਤੋਂ ਫੀਮ ਡੋਡੇ ਇੱਥੋਂ ਆ ਕੇ ਪਿਕ ਕਰਦੇ ਆ, ਕਈ ਆਪਣੇ ਡਰਾਈਵਰ ਵੀਰ ਉਹਦਾ ਸੇਵਨ ਵੀ ਕਰਦੇ ਆ। ਮੈਂ ਤੁਹਾਡੇ ਰਾਹੀਂ ਉਹਨਾਂ ਨੂੰ ਜਾਣਨਾ, ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਇਹਦੇ ਸਾਈਡ ਇਫੈਕਟ ਕੀ ਆ, ਕੱਲ੍ਹ ਨੂੰ ਕੋਈ ਹੈਪਨ ਹੋ ਜੇ, ਕੁਛ ਹੋ ਜੇ, ਉਹਨਾਂ ਤੇ ਕੀ ਐਕਸ਼ਨ ਆ ਸਕਦਾ, ਜਾਂ ਜਿਹੜੇ ਵੀਡੀਓ ਦੇਖਦੇ ਆ YouTube ਲਾ ਲੈਂਦੇ ਆ ਵੀ ਉਹਨਾਂ ਦੇ ਕੀ ਐਕਸ਼ਨ ਹੋ ਸਕਦਾ ਵੀ ਉਹਨਾਂ ਤੋਂ ਬਚ ਸਕਣ। ਪਲੀਜ਼ ਇਹਦੇ ਬਾਰੇ ਜ਼ਰੂਰ ਦੱਸਿਓ। ਥੈਂਕ ਯੂ ਰਾਜ। ਬਿਲਕੁਲ ਜੀ, ਇਹਦੇ ਬਾਰੇ ਦੇਖੋ ਜਿਹੜੀ ਆਪਣੀ ਅਫੀਮ ਹੈਗੀ ਆ, ਇਹ ਪਹਿਲਾਂ ਜਿਹੜੀ ਸੀਗੀ ਇੱਕ ਗੋਲੀਆਂ ਹੈਗੀਆਂ ਜਿਹੜੀਆਂ ਪੇਨ ਕਿਲਰ ਹੈਗੀਆਂ ਜਿਹਦੇ ਵਿੱਚ ਯੂਜ਼ ਕੀਤੀ ਜਾਂਦੀ ਆ। ਉਹ ਪਹਿਲਾਂ ਤੁਹਾਡੇ ਜਿਹੜੇ ਹੈਲਥ, ਜਦੋਂ ਤੁਹਾਡਾ ਆਪਣਾ DOT ਐਗਜ਼ਾਮ ਹੁੰਦਾ ਜਾਂ ਤੁਹਾਡਾ ਡਰੱਗ ਟੈਸਟ ਹੁੰਦਾ ਆ, ਉਹਦੇ ਵਿੱਚ ਉਹ ਪਹਿਲਾਂ ਇਨਵੋਲਵ ਨਹੀਂ ਸੀਗੀ, ਉਹ ਪਹਿਲਾਂ ਨਹੀਂ ਸੀ ਸ਼ਾਮਲ। ਲੇਕਿਨ ਹੁਣ ਉਹ ਜਿਹੜੀ ਮੈਡੀਕੇਸ਼ਨ ਹੈ ਉਹ ਵੀ ਇਹਨਾਂ ਨੇ ਇਹਦੇ ਵਿੱਚ ਸ਼ਾਮਲ ਕਰ ਲਈ ਹੈ। 4 ਡਿਫਰੈਂਟ ਜਿਹੜੀਆਂ ਮੈਡੀਕੇਸ਼ਨ ਹੈਗੀਆਂ ਉਹ ਸ਼ਾਮਲ ਕੀਤੀਆਂ ਹੈ। ਸੋ ਜੇ ਇੱਦਾਂ ਦਾ ਕੋਈ ਵੀ ਸੇਵਨ ਕਰਦਾ ਹੈ ਜਾਂ ਇੱਦਾਂ ਦੀ ਕੋਈ ਵੀ ਚੀਜ਼ ਕਰਦਾ, ਦੇਖੋ ਇਹ ਇੱਕ ਤੁਹਾਡਾ ਰੁਜ਼ਗਾਰ ਆ, ਰੋਜੀ ਰੋਟੀ ਆ, ਠੀਕ ਹੈ ਨਾ। ਠੀਕ ਹੈ, ਨਹੀਂ ਤੁਸੀਂ ਫੜੇ ਗਏ ਜਾਂ ਨਹੀਂ ਤੁਸੀਂ ਕਾਬੂ ਆਏ ਤੇ ਵੱਖਰੀ ਗੱਲ ਆ, ਪਰ ਜਿੱਦਣ ਆਏ ਉਦਣ ਸਾਰਾ ਕੀਤਾ ਕਰਾਇਆ ਹਰ ਚੀਜ਼ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਤੁਹਾਡੀ ਬੈਕਗਰਾਊਂਡ ਚੈੱਕ ਦੇ ਵਿੱਚ ਤੁਸੀਂ ਕਲੀਅਰ ਨਹੀਂ ਹੋ ਸਕਦੇ, ਇਸ਼ੂਜ਼ ਆ ਜਾਂਦੇ ਆ, ਬੱਚਿਆਂ ਦੇ ਉੱਤੇ ਵੱਲ ਜਿਹੜਾ ਭੈੜਾ ਅਸਰ ਪੈਂਦਾ ਉਹ ਤੇ ਪੈਂਦਾ ਹੀ ਹੈ। ਤੇ ਦੂਸਰੀ ਗੱਲ ਜਿਹੜੀ ਆ ਤੁਸੀਂ ਕਹੀ ਹੈ ਕਿ ਜਿਹੜੀ ਚੱਲਦੇ ਹੋਏ ਵੀਡੀਓ ਦੇਖਣੀ, ਚੱਲਦੇ ਹੋਏ ਫੇਸਬੁੱਕ ਲਾਈਵ ਕਰਨਾ, ਉਹ ਤਾਂ ਮੈਂ ਹਰ ਸਮੇਂ ਹਰ ਟਾਈਮ ਇਸ ਚੀਜ਼ ਨੂੰ ਕੰਡੈਮ ਕਰਦਾ ਹਾਂ। ਮੈਂ ਕਈ ਵਾਰੀ ਕਿਸੇ ਨੇ ਵੀਡੀਓ ਲਾਈਵ ਕੀਤੀ ਹੁੰਦੀ, ਉਹਨਾਂ ਨੇ ਮੈਸੇਜ ਵੀ ਜਾ ਕੇ ਲਿਖੀ ਦਾ ਆ। ਔਰ ਇਹਦੇ ਕਾਨਸੀਕੁਐਂਸਿਸ ਜਿਹੜੇ ਨੁਕਸਾਨ ਉਹ ਇਹ ਆ ਕਿ ਕੱਲ੍ਹ ਨੂੰ ਰੱਬ ਨਾ ਕਰੇ ਕੋਈ ਵੀ ਤੁਹਾਡੇ ਨਾਲ ਹਾਦਸਾ ਹੋ ਜਾਂਦਾ ਆ, ਅਤੇ ਜੇ ਉਹ ਹਾਦਸੇ ਤੋਂ ਬਾਅਦ ਜਿਹੜੀ ਕਿ ਇਸ ਵੇਲੇ ਮੈਂ ਪਿਛਲੀ ਮੀਟਿੰਗ ਦੇ ਵਿੱਚ ਸਾਡੀ CHP ਦੇ ਜਿਹੜੇ ਅਫੀਸ਼ੀਅਲਸ ਆਏ ਸੀਗੇ ਸੈਕਰਾਮੈਂਟੋ ਵਾਲੀ ਮੀਟਿੰਗ ਦੇ ਵਿੱਚ, ਉਹਨਾਂ ਨੇ ਸਾਡੇ ਨਾਲ ਇੱਕ ਗੱਲ ਦਾ ਖੁਲਾਸਾ ਕੀਤਾ ਸੀਗਾ ਕਿ ਤੁਹਾਡਾ ਸੈੱਲ ਫੋਨ, ਤੁਹਾਡਾ ਕੋਈ ਵੀ ਇਕੁਇਪਮੈਂਟ ਜਿਹੜਾ ਤੁਹਾਡੇ ਟਰੱਕ ਦੇ ਵਿੱਚ ਹੈਗਾ ਆ, ਉਹ ਸਾਡੇ ਲਈ 1 ਸੈਕਿੰਡ ਦੇ ਵਿੱਚ ਸਾਰੀ ਉਹਦੀ ਡਾਟਾ ਅਵੇਲੇਬਲ ਹੈਗਾ। ਤੁਸੀਂ ਕੀ ਕਰ ਰਹੇ ਸੀ, ਕੀ ਕੀਤਾ, ਫੋਨ ਕਾਲ 'ਤੇ ਸੀਗੇ ਤੁਸੀਂ, WhatsApp 'ਤੇ ਸੀਗੇ ਤੁਸੀਂ, ਵੀਡੀਓ ਚੈਟ 'ਤੇ ਸੀਗੇ ਤੁਸੀਂ, YouTube, ਮਤਲਬ ਦੀ ਗੱਲ ਕੀ ਉਹ ਇੱਕ ਉਹਨਾਂ ਨੂੰ ਮਿੰਟ ਲੱਗਦਾ ਆ ਤੁਹਾਡੇ ਹਰ ਜਿਹੜਾ ਇਕੁਇਪਮੈਂਟ ਆ ਉਹਦਾ ਬੈਕ ਡਾਟਾ ਕੱਢਣ ਲਈ। ਸੋ ਜੇ ਕੋਈ ਮੰਨ ਲਓ ਹਾਦਸਾ ਵਾਪਰਿਆ ਜਿਹਦੇ 'ਚ ਹੋ ਸਕਦਾ ਤੁਹਾਡਾ ਕਸੂਰ ਨਾ ਵੀ ਹੋਵੇ, ਪਰ ਜੇ ਤੁਹਾਡਾ ਜਿਹੜਾ ਫੋਨ ਆ ਜਾਂ ਤੁਹਾਡਾ ਜਿਹੜਾ ਉਹ ਉਹਨਾਂ ਨੇ ਰੈਕਡ ਚੈੱਕ ਕਰ ਲੈਂਦੇ ਆ, ਉਹ ਤਾਂ ਕਰਦੇ ਆ, ਕਰਨਾ ਹੀ ਆ, ਉਹਨਾਂ ਦੇ ਜਿੱਥੇ ਵੀ ਕਿਤੇ ਐਕਸੀਡੈਂਟ ਹੁੰਦਾ ਕਰਦੇ ਆ। ਸੋ ਜਦੋਂ ਕਰਦੇ ਆ ਤੇ ਜੇ ਤੁਸੀਂ ਉਹਦੇ ਵਿੱਚ ਫੜੇ ਜਾਂਦੇ ਆ ਵੀ ਤੁਸੀਂ ਤਾਂ ਫੇਸਬੁੱਕ 'ਤੇ ਸੀ ਉਸ ਟਾਈਮ, ਭਾਵੇਂ ਤੁਹਾਡਾ ਫਾਲਟ ਵੀ ਨਹੀਂ ਗਾ, ਤੁਸੀਂ ਇਹ ਸੋਚੋ ਵੀ ਤੁਹਾਡੇ 'ਤੇ ਕਿੱਡਾ
ਜਿਹੜਾ ਵੱਡਾ ਜਿਹੜਾ ਬੈਕਡ੍ਰੌਪ ਹੋ ਸਕਦਾ ਜੇ ਤੁਸੀਂ ਉਸ ਟਾਈਮ ਤੇ ਇਸ ਚੀਜ਼ ਦੇ ਵਿੱਚ ਫੜੇ ਜਾਂਦੇ। ਸੋ ਪਲੀਜ਼ ਜਿਹੜਾ ਇਹ ਲਾਈਵ ਕਰਨਾ, ਖਾਸ ਕਰਕੇ ਲਾਈਵ ਕਰਨਾ, ਠੀਕ ਹੈ ਨਾ। ਤੁਸੀਂ ਕੁਛ ਵੀ ਦੇਖਦੇ ਆ, ਅੰਦਰ ਦੇਖਦੇ ਆ ਕੁਛ ਨਹੀਂ, ਪਰ ਜਦੋਂ ਲਾਈਵ ਕਰਦੇ ਆ ਉਹ ਬਹੁਤ ਜ਼ਿਆਦਾ ਹੀ ਖਤਰਨਾਕ ਹੈਗਾ। ਉਹਦੇ 'ਚ ਹਾਂ ਤੁਹਾਡਾ ਜਿਹੜਾ ਸਟੇਸ਼ਨਰੀ ਹੈਗਾ, ਕਿਸੇ ਇੱਕ ਥਾਂ ਤੇ ਸੈੱਲਫੋਨ ਲੱਗਾ ਹੈਗਾ, ਉਹ ਲਾਈਵ ਚੱਲ ਰਿਹਾ, ਦੈਟਸ ਅ ਡਿਫਰੈਂਟ ਸਟੋਰੀ, ਠੀਕ ਹੈ ਨਾ। ਪਰ ਉਹ ਵੀ ਨਾ ਕਰੋ, ਕੋਸ਼ਿਸ਼ ਕਰੋ ਵੀ ਉੱਦਾਂ ਵੀ ਨਾ ਕਰੋ। ਜੀ ਬਿਲਕੁਲ। ਦੇਖੋ ਤੁਹਾਡੇ ਕੋਲ ਮੌਕਾ ਹੁੰਦਾ ਹੈ ਜਦੋਂ ਤੁਸੀਂ ਰੈਸਟ ਦੇ ਵਿੱਚ ਹੁੰਦੇ ਆ, ਨਹੀਂ ਆ ਰਹੀ ਹੁੰਦੀ ਬੰਦੇ ਨੂੰ ਜਦੋਂ ਨੀਂਦ, ਤੇ ਬੰਦਾ ਉਦੋਂ ਲਾਈਵ ਹੋ ਸਕਦਾ ਆ, ਉਦੋਂ ਤੁਸੀਂ ਉਹ ਚੀਜ਼ ਜਿਹੜੀ ਉਹ ਕਰ ਸਕਦੇ ਹੋ। ਪਰ ਚੱਲਦੇ ਦੇ ਟਰੱਕ ਦੇ ਉੱਤੇ ਜਿਹੜਾ ਨਾ ਕਰਿਆ ਕਰੋ, ਕਿਉਂਕਿ ਕੱਲ੍ਹ ਨੂੰ ਬਾਅਦ ਦੇ ਵਿੱਚ ਦੇਖੋ ਰੂਲ ਚੇਂਜ ਹੁੰਦੇ ਰਹਿੰਦੇ ਆ, ਸਭ ਕੁਛ ਜਿਹੜਾ ਉਹ ਚੇਂਜ ਹੁੰਦਾ ਰਹਿੰਦਾ। ਜਿਹੜੀ ਡਰੱਗ ਵਾਲੀ ਗੱਲ ਕਰਕੇ ਗਏ ਆ ਵੀਰ ਜੀ, ਜੇ ਕੋਈ ਫੜਿਆ ਜਾਂਦਾ ਆ ਤਾਂ ਓਬਵੀਅਸਲੀ ਉਹਦੇ ਲਈ ਤਾਂ ਮਾੜਾ ਹੋਣਾ ਹੀ ਹੋਣਾ ਆ। ਬਾਅਦ 'ਚ ਕੱਲ੍ਹ ਨੂੰ ਉਹਦੇ ਚੱਲਦੇ ਉਹਦੇ ਪਰਿਵਾਰ ਦੇ ਉੱਤੇ ਵੀ ਪ੍ਰੋਬਲਮ ਜਿਹੜੀ ਉਹ ਕੋਈ ਹੋਰ ਤਰੀਕੇ ਦੀ ਵੀ ਜਿਹੜੀ ਆ ਸਕਦੀ ਆ। ਰੂਲ ਚੇਂਜ ਦਾ ਮੇਰਾ ਮਕਸਦ ਕਹਿਣ ਦਾ ਇਹ ਸੀਗਾ ਵੀ ਕੱਲ੍ਹ ਨੂੰ ਜਿਹੜੇ ਇੰਸ਼ੋਰੈਂਸ ਵਾਲੇ ਉਹ ਕਹਿ ਦੇਣਗੇ ਵੀ ਨਹੀਂ, ਅਸੀਂ ਤੁਹਾਡੇ ਜਿਹੜੇ ਆ ਉਹ ਡਾਟਾ ਚੈੱਕ ਕਰਿਆ ਕਰਨਾ ਹੈ, ਵੀ ਤੁਸੀਂ ਉੱਤੇ ਲਾਈਵ ਤਾਂ ਨਹੀਂ ਸੀ ਗਏ, ਤੁਹਾਡੇ ਅਕਾਊਂਟ ਅਸੀਂ ਜਿਹੜੇ ਜਿੰਨੇ ਵੀ ਤੁਹਾਡੇ ਹੈਗੇ ਆ ਉਹ ਚੈੱਕ ਕਰਨੇ ਆ ਵੀ ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਉੱਥੇ ਲਾਈਵ ਹੋਏ ਸੀ, ਕੀ ਉਦੋਂ ਡਰਾਈਵ ਤਾਂ ਨਹੀਂ ਸੀ ਕਰ ਰਹੇ। ਜੇ ਡਰਾਈਵ ਕਰ ਰਹੇ ਸੀਗੇ, ਬਾਅਦ 'ਚ ਕੱਲ੍ਹ ਨੂੰ ਕਹਿ ਦੇਣਗੇ ਵੀ ਨਹੀਂ ਜੀ, ਫਿਰ ਅਸੀਂ ਤੁਹਾਡਾ ਪ੍ਰੀਮੀਅਮ ਜਿਹੜੀ ਆ ਉਹ ਵਧਾਵਾਂਗੇ, ਕਿਉਂਕਿ ਤੁਸੀਂ ਓਨਾ ਹੀ ਰਿਸਕ ਜਿਹੜਾ ਉਹ ਵਧਾ ਰਹੇ ਹੋ। ਕੱਲ੍ਹ ਨੂੰ ਕੁਛ ਰੱਬ ਨਾ ਕਰੇ ਅਣਸੁਖਾਵੀ ਘਟਨਾ ਵਾਪਰ ਜੇ ਤੇ ਫਿਰ ਜ਼ਿੰਮੇਵਾਰ ਕੌਣ ਆ? ਘਾਟਾ ਕਹਿਣਾ ਇੰਸ਼ੋਰੈਂਸ ਕੰਪਨੀ ਵਾਲਿਆਂ ਨੇ ਸਾਨੂੰ ਪੈਣਾ ਆ। ਸੋ ਇਹ ਚੀਜ਼ਾਂ ਜਿਹੜੇ ਰੂਲ ਆ ਇਹ ਚੇਂਜ ਹੋ ਜਾਂਦੇ ਹੁੰਦੇ ਆ। ਅੱਜ ਤੋਂ ਜੇ ਤੁਸੀਂ 10-20 ਸਾਲ ਪਹਿਲਾਂ ਕਰੋਗੇ ਤਾਂ ਉਹ ਚੀਜ਼ਾਂ ਜਿਹੜੀਆਂ ਕਦੀ ਕਿਸੇ ਨੇ ਸੁਣੀਆਂ ਨਹੀਂ ਹੋਣਗੀਆਂ, ਸੋਚੀਆਂ ਨਹੀਂ ਹੋਣਗੀਆਂ, ਉਹ ਅੱਜ ਹੋ ਰਹੀਆਂ। ਉਹ ਚੀਜ਼ ਦੇ ਉੱਤੇ ਲਾਅ ਬਣੇ ਹੋਏ ਆ ਸਾਰਾ ਕੁਛ। ਜੀ ਰਮਨ ਜੀ। ਮੈਂ ਰਾਜ ਇੱਕ ਜਿਹੜੀ ਚੀਜ਼ ਮੈਂ ਹੋਰ ਇੰਟਰਸਟਿੰਗ ਦੱਸਣੀ ਚਾਹੁੰਦਾ, ਲਾਸਟ ਵੀਕ ਡੈਲਸ ਦੇ ਵਿੱਚ ਮੇਰੀ ਮੁਲਾਕਾਤ ਹੋਈ ਹੈ ਇੰਸ਼ੋਰੈਂਸ ਕੰਪਨੀ ਦੇ ਨਾਲ, ਤੇ ਉਹ ਇੰਸ਼ੋਰੈਂਸ ਕੰਪਨੀ ਵਾਲੇ ਇੱਕ ਮੈਂ ਚਲੋ ਨਾ ਤਾਂ ਫਿਰ ਲੇਟਰ ਔਨ ਜਦੋਂ ਤੁਸੀਂ ਉੱਧਰ ਨਾਪਟਾ 'ਚ ਸਾਈਟ 'ਚ ਜਾਓਗੇ ਤੇ ਜਾਂ ਮੈਗਜ਼ੀਨ ਦੀ ਸਾਈਟ 'ਤੇ ਜਾਓਗੇ ਤੁਹਾਨੂੰ ਪਤਾ ਲੱਗ ਜਾਊਗਾ। ਤੇ ਇੰਸ਼ੋਰੈਂਸ ਕੰਪਨੀ ਜਿਹੜੀ ਇਸ ਵੇਲੇ ਉਹ ਮਤਲਬ ਕਿ ਉਹਨਾਂ ਨੇ ਰਿਕੁਐਸਟ ਕੀਤੀ ਆ ਜਿਹੜੇ ਉਹਨਾਂ ਦੇ ਪਾਲਿਸੀ ਹੋਲਡਰ ਆ ਕਿ ਜੇ ਤੁਸੀਂ ਆਪਣਾ ELD ਦਾ ਡਾਟਾ ਸਾਡੇ ਨਾਲ ਸ਼ੇਅਰ ਕਰਦੇ ਆ, ਕਿ ਜੇ ਤੁਹਾਡੀ ਟਰੱਕ 'ਚ ELD ਲੱਗੀ ਆ, ਤੁਸੀਂ ਡਾਟਾ ਸਾਡੇ ਨਾਲ ਸ਼ੇਅਰ ਕਰਦੇ ਆ ELD ਦਾ ਆਪਣੀ ਦਾ, ਤੇ ਤੁਹਾਨੂੰ ਅਪ ਟੂ 18% ਇੰਸ਼ੋਰੈਂਸ 'ਚ ਡਿਸਕਾਊਂਟ ਦੇਵਾਂਗੇ। ਸੋ ਇਹ ਦੇਖੋ, ਇਹ ਇੱਕ ਅਸੀਂ ਇੱਕ ਹੋਰ ਚੀਜ਼ ਨੈਪਟਾ ਦੇ ਵਿੱਚ ਲੈ ਕੇ ਆ ਰਹੇ, ਟਰਾਈ ਕਰ ਰਹੇ ਕਿ ਅਸੀਂ ਜਲਦੀ ਤੋਂ ਜਲਦੀ ਇਹ ਲੈ ਕੇ ਆਈਏ ਤਾਂ ਕਿ ਜਿਹੜੀਆਂ ਇੰਸ਼ੋਰੈਂਸ ਆ ਇਸ ਵੇਲੇ ਇੰਨੀਆਂ ਵਧੀਆ, ਉਹਨਾਂ ਦੇ ਵਿੱਚ ਵੀ ਥੋੜ੍ਹਾ ਜਿਹਾ ਜਿਹੜਾ ਉਹ ਘਾਟਾ ਕਰ ਸਕੀਏ, ਥੋੜ੍ਹੀ ਜਿਹੀ ਉਹ 'ਚ ਡਿਸਕਾਊਂਟ ਲੈ ਸਕੀਏ, ਕਿਉਂਕਿ ਇੰਸ਼ੋਰੈਂਸ ਦੇ ਵਿੱਚ ਡਿਸਕਾਊਂਟ ਲੈਣਾ ਬਹੁਤ ਔਖਾ ਹੁੰਦਾ। ਇੰਸ਼ੋਰੈਂਸ ਦੇ ਡਿਸਕਾਊਂਟ ਵਰਲਡ ਹੈ ਨਹੀਂ ਗਾ। ਸੋ ਇੰਸ਼ੋਰੈਂਸ ਦੇ ਵਿੱਚ ਰੇਟ ਘਟਾਉਣੇ ਜਿਹੜੇ ਆ ਕਿਹੜੇ ਤਰੀਕੇ ਨਾਲ ਘਟਾ ਸਕਦੇ ਆ, ਕਿੱਦਾਂ ਘਟਾ ਸਕਦੇ ਆ, ਸੋ ਉਹ ਜਿਹੜੇ ਆ ਉਹਦੇ ਵਿੱਚ ਸੋ ਉਹ ਗੱਲ ਆ ਗਈ ਨਾ ਰੂਲ ਦੀ ਕਿ ਆਪਾਂ ਕਦੋਂ ਸੋਚਿਆ ਸੀਗਾ ਕਿ ਆਪਣੇ ਟਰੱਕ ਦਾ ਸਾਰਾ ਜਿਹੜਾ ਡਾਟਾ ਆ ਅਸੀਂ ਕਿਸੇ ਦਿਨ ਇੰਸ਼ੋਰੈਂਸ ਦਾ ਸ਼ੇਅਰ ਕਰਾਂਗੇ ਤੇ ਸਾਨੂੰ ਉਹ 'ਚ ਡਿਸਕਾਊਂਟ ਮਿਲੂਗਾ। ਤੇ ਇੰਸ਼ੋਰੈਂਸ ਨੇ ਉਹ ਤੁਹਾਨੂੰ ਜੇ ਅਪ ਟੂ 18% ਡਿਸਕਾਊਂਟ ਦੇਣਾ ਆ ਤੇ ਉਹ ਇੰਸ਼ੋਰੈਂਸ ਦੇ ਬਾਰੇ ਸੋਚੋ, ਉਹਨੇ ਤੁਹਾਡਾ ਡਾਟਾ ਜਿਹੜਾ ਆ ਉਹ ਮਤਲਬ ਕਿ ਉਹਨਾਂ ਦੇ ਕੋਲ ਰੈਕਡ ਪਿਆ ਤੁਹਾਡਾ ਟੋਟਲੀ ਸਾਰੇ ਟਰੱਕ ਦਾ, ਹੁਣ ਵੀ ਤੁਸੀਂ ਕੀ ਕਰ ਰਹੇ ਸੀ, ਉਦੋਂ ਤੁਹਾਡਾ ਟਰੱਕ ਕੀ ਕਰ ਰਿਹਾ ਸੀ, ਤੁਹਾਡੇ ਟਰੱਕ 'ਚ ਕੀ ਪ੍ਰੋਬਲਮ ਸੀ, ਕੀ ਨਹੀਂ ਸੀ, ਜਦੋਂ ਐਕਸੀਡੈਂਟ ਹੋਇਆ, ਇਸ਼ੂ ਹੋਇਆ, ਕੀ ਸੀਗਾ। ਸੋ ਇਹ ਐਡਵਾਂਸਮੈਂਟ ਹੈ ਅੱਗੇ ਦੇ ਅੱਗੇ। ਹੁਣ ਹਰ ਇੱਕ ਟਰੱਕ ਦੇ ਵਿੱਚ ਤੁਸੀਂ ਇੱਕ ਸੋਚ ਕੇ ਕਈ ਵਾਰੀ ਦੇਖੋ ਕਿ ਹਰ ਟਰੱਕ ਦੇ ਵਿੱਚੋਂ ਕਿੰਨਾ ਡਾਟਾ ਇਕੱਠਾ ਹੁੰਦਾ ਆਲ ਡੇ ਲੌਂਗ, ਉਹਦੇ ਇੰਜਨ ਦੇ ਡਾਇਗਨੋਸਟਿਕਸ ਇਕੱਠੇ ਹੁੰਦੇ। ਹੁਣ ਤਾਂ ਹੋਰ ਰਾਜਕਰਨ ਵੀ ਹੋਰ ਜਿਹੜੀਆਂ ਕੰਪਨੀਜ਼ ਆ ਗਈਆਂ ਜਿਹੜੀਆਂ ਕਿ ਕਹਿੰਦੀਆਂ ਕਿ ਤੁਸੀਂ ਆਪਣੇ ਸਾਰੇ ਟਰੱਕਾਂ ਦੀ ELD ਦਾ ਡਾਟਾ ਸਾਡੇ ਨਾਲ ਸ਼ੇਅਰ ਕਰੋ ਤੇ ਅਸੀਂ ਤੁਹਾਡੀ ਪੂਰੀ ਫਲੀਟ ਦਾ ਐਨਾਲਿਸਿਸ ਕਰਕੇ ਦੇਵਾਂਗੇ ਵੀ ਤੁਹਾਡੇ ਡਰਾਈਵਰ ਜ਼ਿਆਦੀਆਂ ਬ੍ਰੇਕਾਂ ਤਾਂ ਨਹੀਂ ਮਾਰਦੇ, ਤੁਹਾਡੇ ਡਰਾਈਵਰ ਜ਼ਿਆਦਾ ਐਕਸਲਰੇਟ ਨਹੀਂ ਕਰਦੇ, ਇੱਕਦਮ ਟਰੱਕ ਭਜਾਉਂਦੇ ਤੇ ਨਹੀਂ, ਤੁਹਾਡੀ ਜਿਹੜੀ ਫਲੀਟ ਆ ਉਹਦੀ ਕੀ ਸਿਚੁਏਸ਼ਨ ਹੈਗੀ ਆ, ਤੁਹਾਡੇ ਜੇ ਤੁਹਾਡੇ ਸੜਕ 'ਤੇ ਬ੍ਰੇਕਡਾਊਨ ਹੋ ਰਿਹਾ, ਕਿਉਂ ਹੋ ਰਿਹਾ ਇੰਨੇ ਬ੍ਰੇਕਡਾਊਨ। ਸੋ ਉਹ ਸਾਰਾ ਐਨਾਲਿਸਿਸ ਕਰਕੇ ਦੇਣ ਨੂੰ ਤਿਆਰ ਆ ਕਿ ਕਿੱਥੇ ਕਿੱਥੇ ਕਿਹੜੀ ਜਿਹੜੀ ਚੀਜ਼ ਦੀ ਤੁਹਾਨੂੰ ਕਮੀ ਆ ਤੇ ਕਿੱਥੇ ਕਿੱਥੇ ਤੁਹਾਨੂੰ ਉਹਨੂੰ ਥੋੜ੍ਹਾ ਜਿਹਾ ਠੀਕ ਕਰਨ ਦੀ ਲੋੜ ਆ। ਸੋ ਐਡਵਾਂਸਮੈਂਟ ਤਾਂ ਬਹੁਤ ਜ਼ਿਆਦਾ ਹੋ ਗਈ ਆ ਹੁਣ ਇਸ ਵੇਲੇ। ਜੀ ਬਿਲਕੁਲ, ਕਿਉਂਕਿ ਡਾਟਾ ਹੀ ਅੱਜ ਕੱਲ੍ਹ ਮਨੀ ਹੈ ਜੀ। ਡਾਟੇ ਨੂੰ ਹੀ ਮਾਈਨ ਕਰਕੇ ਉਹਨਾਂ ਨੇ ਜਿਹੜਾ ਸਾਰਾ ਜਿਹੜੇ ਡਾਲਰ ਆ ਉਹ ਬਣਾਉਣੇ ਆ, ਰੋਕੜਾ ਜਿਹਨੂੰ ਕਹਿੰਦੇ ਆ ਵੀ ਉਹ ਇਕੱਠਾ ਉਹਨਾਂ ਨੇ ਕਰਨਾ ਆ। ਸੋ ਇਹ ਕੁਛ ਜਿਹੜਾ ਹੋ ਰਿਹਾ। ਸੋ ਜ਼ਰੂਰ ਜਿੰਨੇ ਵੀ ਸਰੋਤੇ ਆ ਧਿਆਨ ਰਿਹਾ ਕਰੋ, ਜਿੱਦਾਂ ਇੰਸਪੈਕਸ਼ਨ ਦੀ ਗੱਲ ਆਉਂਦੀ ਆ 5 ਮਿੰਟ 10 ਮਿੰਟ ਪਹਿਲੋਂ ਉੱਠੋ, ਕਾਹਲੀ ਨਾ ਜਿਹੜੀ ਉਹ ਕਰੋ ਜਿਹਦੇ ਚੱਲਦਿਆਂ ਬਾਅਦ ਦੇ ਵਿੱਚ ਕੋਈ ਹੋਰ ਪ੍ਰੋਬਲਮ ਜਿਹੜੀ ਉਹ ਆਵੇ। ਬਾਕੀ ਨਾਪਟਾ ਔਰਗੇਨਾਈਜੇਸ਼ਨ ਜਿਹੜੀ ਹੈਗੀ ਹੈ GoNapta.org, ਉਸ ਦੇ ਮੈਂਬਰ ਬਣੋ, ਆਪਣੇ ਪੰਜਾਬੀਆਂ ਦੀ
ਆਰਗੇਨਾਈਜੇਸ਼ਨ ਵਧੀਆ ਰਹੂਗਾ, ਫਾਇਦਾ ਰਹੂਗਾ। ਲੈਜਿਸਲੇਟਿਵ ਸਪੋਰਟ, ਹਰ ਤਰ੍ਹਾਂ ਦੀ ਜਿਹੜੀ ਸਪੋਰਟ ਆ ਉਹ ਤੁਹਾਨੂੰ ਜਿਹੜੀ ਉਹ ਕਰਦੇ ਆ। ਬਾਕੀ ਨਸ਼ਾ ਪੱਤਾ ਕਰਕੇ ਕੋਈ ਇੱਦਾਂ ਦਾ ਕੰਮ ਜਿਹੜਾ, ਇਹ ਤਾਂ ਚਲੋ ਕਹਿਣ ਦੀ ਜ਼ਰੂਰਤ ਨਹੀਂ, ਪਰ ਫਿਰ ਵੀ ਆਪਾਂ ਨੂੰ ਕਹਿਣਾ ਪੈ ਰਿਹਾ ਆ, ਸਾਫ਼ ਸੁਥਰੇ ਬਣ ਕੇ ਰਿਹਾ ਕਰੋ, ਜਿਹੜਾ ਸਾਰਿਆਂ ਦੇ ਲਈ ਕਰਟੀਅਸ ਰਹੋ। ਇਹ ਚਲੋ ਆਮ ਗੱਲਾਂ ਨੇ, ਪਰ ਇਹ ਛੋਟੀਆਂ ਛੋਟੀਆਂ ਗੱਲਾਂ ਮੈਟਰ ਬਹੁਤ ਜਿਹੜੀਆਂ ਬਾਅਦ ਦੇ ਵਿੱਚ ਲੌਂਗ ਰਨ ਦੇ ਵਿੱਚ ਜਿਹੜੀਆਂ ਉਹ ਕਰਦੀਆਂ, ਇਕੱਲੇ ਤੁਹਾਡੇ ਲਈ ਨਹੀਂ ਪੂਰੀ ਕਮਿਊਨਿਟੀ ਦੇ ਲਈ ਜਿਹੜੀਆਂ ਇਹ ਇੱਕ ਚੰਗੀ ਚੀਜ਼ ਜਿਹੜੀ ਬਾਅਦ ਸਾਬਤ ਹੁੰਦੀ ਆ। ਅਤੇ ਰਮਨ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਆ ਉਹ ਹੁਣ ਸਮਾਪਤ ਹੁੰਦਾ ਆ, ਅਤੇ ਆਪਾਂ ਮਿਲਾਂਗੇ ਆਪਣੇ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ, ਅਤੇ ਫਿਰ ਹੋਰ ਜਿਹੜੀਆਂ ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਆ ਉਹ ਆਪਾਂ ਸ਼ੇਅਰ ਕਰਾਂਗੇ। ਅਤੇ ਇੱਕ ਵਾਰੀ ਫਿਰ ਜਾਂਦੇ ਜਾਂਦੇ ਇਹ ਯਾਦ ਦਿਵਾਉਣਾ ਚਾਹੁੰਦੇ ਹਾਂ, ਜਿਹੜੀ ਆਵਰ ਆਫ ਸਰਵਿਸ ਨੂੰ ਲੈ ਕੇ ਜਿਹੜਾ ਇਸ ਟਾਈਮ ਕਮੈਂਟ ਪੀਰੀਅਡ ਚਾਲੂ ਆ, ਜਿਸ ਦੇ 23 ਦਿਨ ਜਿਹੜੇ ਸਿਰਫ ਰਹਿ ਗਏ ਨੇ। FMCSA ਦੇ ਜਿਹੜਾ ਫੈਡਰਲ ਰਜਿਸਟਰ ਹੈਗਾ, ਜਿਸ ਦਾ ਲਿੰਕ ਇਸ ਫੇਸਬੁੱਕ ਲਾਈਵ ਦੇ ਉੱਤੇ ਜਿਹੜਾ ਮੈਂ ਨਾਲ ਹੀ ਪਾਇਆ ਹੋਇਆ ਆ, ਤੁਸੀਂ ਉੱਤੇ ਕਲਿੱਕ ਕਰਕੇ ਆਪਣਾ ਕਮੈਂਟ ਜਿਹੜਾ ਉਹ ਤੁਸੀਂ ਛੱਡ ਸਕਦੇ ਹੋ, ਚਾਹੇ ਉਹ ਤੁਹਾਨੂੰ ਜਿਹੜਾ ਸਪਲਿਟ ਜਿਹੜੀ ਸਲੀਪ ਆ ਉਸ ਨੂੰ ਲੈ ਕੇ ਹੋਵੇ, ਜਾਂ ਜਿਹੜੇ ਵੀ ਉਸ ਦੇ ਵਿੱਚ ਰੂਲ ਚੇਂਜਿਸ ਦੀ ਜਿਹੜੀ ਗੱਲ ਹੈਗੀ ਆ ਉਸ ਦੇ ਹੱਕ 'ਚ ਆ, ਉਸ ਦੇ ਅਗੇਂਸਟ ਆ, ਕੀ ਫਾਇਦਾ ਹੋਣਾ ਚਾਹੀਦਾ, ਜਾਂ ਕੁਛ ਹੋਰ ਨਵੀਂ ਚੀਜ਼ ਤੁਸੀਂ ਕਹਿੰਦੇ ਆ, ਤਾਂ ਉਹ ਚੀਜ਼ ਜਿਹੜੀ ਆ ਜ਼ਰੂਰ ਤੁਸੀਂ ਉੱਥੇ ਜਾ ਕੇ ਆਪਣੇ ਕਮੈਂਟ ਆ ਉਹ ਜ਼ਰੂਰ ਲਿਖੋ। ਇਹ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬੇਨਤੀ ਆ। ਅੱਜ ਤੁਸੀਂ ਇਕੱਲੇ ਨਹੀਂ ਲਿਖਣਾ, ਆਪਣੇ ਪਰਿਵਾਰ ਦੇ ਕੋਲੋਂ ਵੀ ਜਿਹੜਾ ਡਾਇਰੈਕਟਲੀ ਇਨਡਾਇਰੈਕਟਲੀ ਜਿਹੜਾ ਵੀ ਟਰੈਕਿੰਗ ਦੇ ਨਾਲ ਜੁੜਿਆ ਆ ਉਹਨਾਂ ਤੋਂ ਜਿਹੜੇ ਕਮੈਂਟ ਆ ਉਹ ਤੁਸੀਂ ਜ਼ਰੂਰ ਕਰਵਾਓ, ਰਾਦਰ ਦੈਨ ਫਿਰ ਕੋਈ ਹੋਰ ਜਾਣੇ ਲੋਕ ਕਮੈਂਟ ਕਰਨਗੇ, ਫਿਰ ਉਹਨਾਂ ਦੇ ਅਕੋਰਡਿੰਗਲੀ FMCSA ਨੇ ਉਹ ਚੀਜ਼ਾਂ ਜਿਹੜੀਆਂ ਉਹ ਨਿਰਧਾਰਿਤ ਕਰ ਦੇਣੀਆਂ, ਫਿਰ ਕਹਾਂਗੇ ਵੀ ਸਾਡੇ ਨਾਲ ਧੱਕਾ ਹੋ ਗਿਆ। ਹੁਣ ਮੌਕਾ ਹੈਗਾ, 23 ਦਿਨ ਪਏ ਆ, ਸੋ ਜ਼ਰੂਰ ਕਰੋ। ਇਹ ਜ਼ਰੂਰੀ ਨੀਗਾ ਰਾਜ ਕਿ ਸਾਰੇ ਉਹਦੇ ਹੱਕ ਦੇ ਵਿੱਚ ਹੀ ਆ। ਜਦੋਂ ਅਸੀਂ ਪਿਛਲੇ ਵੀਕ ਡੈਲਸ ਦੇ ਵਿੱਚ ਸੁਣੀਆਂ ਸੀਗੀਆਂ ਗੱਲਾਂ, ਜਿਹੜੇ ਲਾਈਵ ਕਮੈਂਟ ਸੁਣੇ ਸੀਗੇ, ਉਹਨਾਂ ਦੇ ਵਿੱਚ ਕੁਛ ਲੋਕੀ ਇਹਦੇ ਖਿਲਾਫ ਵੀ ਸੀਗੇ ਤੇ ਕੁਛ ਲੋਕੀ ਇਹਦੇ ਹੱਕ 'ਚ ਵੀ ਸੀਗੇ। ਸੋ ਇਹ ਨਾ ਜ਼ਰੂਰੀ ਸਮਝੋ ਵੀ ਸਾਰੇ ਇਹਦੇ ਹੱਕ 'ਚ ਹੀ ਆ, ਕਮੈਂਟਸ ਇਹਦੇ ਖਿਲਾਫ ਵੀ ਜਾਣੇ ਆ। ਸੋ ਜੇ ਹੱਕ ਵਾਲੇ ਕਮੈਂਟ ਜ਼ਿਆਦਾ ਹੋਣਗੇ ਤਾਂ ਹੀ ਇਹ ਜਿਹੜੀ ਆ ਮੂਵ ਫਾਰਵਰਡ ਹੋਣੀ ਆ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਵੱਡੀਆਂ ਕੰਪਨੀਆਂ ਤਾਂ ਓਨਰ ਓਪਰੇਟਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਉਹ ਚਾਹੁੰਦੀਆਂ ਨਹੀਂ ਆ ਵੀ ਉਹ ਇੰਡੀਪੈਂਡੈਂਟ ਇੱਦਾਂ ਜਿਹੜਾ ਕੰਮ ਆ ਉਹ ਕਰ ਸਕਣ। ਸੋ ਉਹ ਉਹਦੇ ਅਗੇਂਸਟ ਵੀ ਜਿਹੜੇ ਉਹ ਕਰਨਗੇ। ਬਹੁਤ ਕੁਛ ਜਿਹੜਾ ਆ ਇਹ ਚੱਲਦਾ ਹੁੰਦਾ, ਕਿਹਦਾ ਕਿਹੜੇ ਪਾਸੇ ਨੂੰ ਜਿਹੜਾ ਆ ਉਹਨੂੰ ਫਾਇਦਾ ਆ, ਬੰਦੇ ਨੇ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਹੁੰਦਾ ਹੈ ਜੀ। ਅਤੇ ਰਮਨ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਆਪਾਂ ਇਹ ਗੱਲਾਂ ਬਾਤਾਂ ਕੀਤੀਆਂ। ਉਮੀਦ ਕਰਦੇ ਹਾਂ ਸਾਡੇ ਸਰੋਤਿਆਂ ਨੂੰ ਵੀ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ। ਜ਼ਰੂਰ ਫੀਡਬੈਕ ਦਿਆ ਕਰੋ info@punjabiradio.usa.com ਦੇ ਉੱਤੇ, ਅਤੇ ਜਾਂ ਜਿਹੜਾ ਫੇਸਬੁੱਕ ਦੇ ਉੱਤੇ ਚੱਲ ਰਿਹਾ ਉਸ ਦੇ ਉੱਤੇ ਕਮੈਂਟ ਕਰਕੇ ਜਾਂ ਕਾਲ ਕਰਕੇ। ਸੋ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਅਪਡੇਟ ਅਮਰੀਕਾ ਵੀ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।